ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਸਾਰੇ ਹੀ ਦਰਸ਼ਕਾਂ ਦਾ ਐਡਵੈਂਟੇਜ ਸਟੂਡੀਓ ਤੋਂ ਸਵਾਗਤ ਹੈ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਐਡਮਿੰਟਨ ਡਾਇਰੀ। ਦੋਸਤੋ, ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਡਮਿੰਟਨ ਦੇ ਲੋਕਲ ਬਿਜ਼ਨੈਸਿਸ ਜਾਂ ਲੋਕਲ ਆਰਟਿਸਟ ਨੂੰ ਇੱਕ ਪ੍ਰਮੋਸ਼ਨ ਦੇ ਲਈ ਇੱਕ ਪਲੇਟਫਾਰਮ ਮੁਹੱਈਆ ਕਰੀਏ, ਉੱਥੇ ਹੀ ਸਾਡਾ ਯਤਨ ਹੁੰਦਾ ਕਿ ਜਿਹੜੇ ਸਾਡੇ ਐਸਟੈਬਲਿਸ਼ ਬਿਜ਼ਨਸਮੈਨ ਨੇ ਐਡਮਿੰਟਨ ਸ਼ਹਿਰ ਦੇ, ਉਹਨਾਂ ਦੀਆਂ ਕਹਾਣੀਆਂ ਉਹਨਾਂ ਦੇ ਜ਼ਬਾਨੀ ਤੁਹਾਡੇ ਤੱਕ ਪਹੁੰਚਾਈਆਂ ਜਾ ਸਕਣ। ਔਰ ਇਸ ਦਾ ਮਕਸਦ ਇਹ ਹੈ ਕਿ ਜਿਹੜੇ ਸਾਡੇ ਇਮੀਗ੍ਰੈਂਟਸ ਨੇ, ਖਾਸ ਕਰਕੇ ਨਿਊ ਇਮੀਗ੍ਰੈਂਟਸ ਔਰ ਸਟੂਡੈਂਟਸ, ਉਹਨਾਂ ਨੂੰ ਇੱਕ ਪ੍ਰੇਰਨਾ ਦਿੱਤੀ ਜਾ ਸਕੇ, ਮੋਟੀਵੇਸ਼ਨ ਦਿੱਤੀ ਜਾ ਸਕੇ, ਇੰਸਪਾਇਰ ਕੀਤਾ ਜਾ ਸਕੇ ਕਿ ਕਿਵੇਂ ਅਸੀਂ ਮਿਹਨਤਾਂ ਮੁਸ਼ੱਕਤਾਂ ਦੇ ਨਾਲ ਜੋ ਸੁਪਨੇ ਲੈ ਕੇ ਆਏ ਸੀ ਉਹਨਾਂ ਨੂੰ ਸਾਕਾਰ ਕਰ ਸਕਦੇ ਹਾਂ। ਸੋ ਅੱਜ ਅਸੀਂ ਆਪਣੇ ਸਟੂਡੀਓ ਵਿੱਚ ਮਹਿਮਾਨ ਬੁਲਾਏ ਨੇ ਸਰਦਾਰ ਸੰਦੀਪ ਹੁੰਦਲ, ਔਰ ਇਹਨਾਂ ਦੇ ਬਿਜ਼ਨਸ ਦਾ ਨਾਮ ਹੈ ਜੀ ਸੁਪਰ ਗ੍ਰਾਫਿਕਸ ਡਿਜ਼ਾਈਨ ਕੰਪਨੀ। ਸੋ ਆਓ ਜੀ ਸੰਦੀਪ ਹੁੰਦਲ ਜੀ ਨਾਲ ਗੱਲਬਾਤ ਕਰਦੇ ਹਾਂ। ਸੰਦੀਪ ਹੁੰਦਲ ਜੀ, ਆਪ ਜੀ ਦਾ ਐਡਮਿੰਟਨ ਡਾਇਰੀ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ, ਅਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜੀ, ਤੁਸੀਂ ਮੈਨੂੰ ਆਪਣੇ ਟੀਵੀ ਚੈਨਲ ਦੇ ਥਰੂ ਆਪਣੀ ਕਮਿਊਨਿਟੀ ਨਾਲ, ਆਪਣੇ ਦਰਸ਼ਕਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ। ਅਤੇ ਸਾਰੇ ਦੇਖਣ ਵਾਲੇ ਵਿਊਜ਼ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਭਾਜੀ, ਤੁਹਾਡੇ ਬਿਜ਼ਨਸ ਬਾਰੇ ਵੀ ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਦੇ ਨਾਲ ਇਹ ਸਾਂਝ ਪਾਓ ਕਿ ਤੁਹਾਡਾ ਪਿਛੋਕੜ ਕਿੱਥੋਂ ਹੈ, ਤੁਸੀਂ ਕਿੱਥੋਂ ਅਤੇ ਕੀ ਤਾਲੀਮ ਜਿਹੜੀ ਹੈ ਹਾਸਲ ਕੀਤੀ? ਬਹੁਤ ਵਧੀਆ ਸਵਾਲ ਹੈ ਮਨਜੀਤ ਜੀ, ਅਤੇ ਮੇਰਾ ਸਭ ਤੋਂ ਫੇਵਰੇਟ ਸਵਾਲ ਵੀ ਹੈ ਜੀ ਜਦੋਂ ਤੁਹਾਡੇ ਕੋਈ ਪਿਛੋਕੜ ਦੀ ਗੱਲ ਕਰਦਾ, ਤੁਹਾਡੀ ਬੈਕਗਰਾਊਂਡ ਦੀ ਗੱਲ ਕਰਦਾ। ਅਤੇ ਮੈਨੂੰ ਨਹੀਂ ਲੱਗਦਾ ਹਰ ਬੰਦੇ ਨੂੰ ਹੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆਪਣੇ ਪਿੰਡ ਬਾਰੇ, ਆਪਣੀ ਜਿੱਥੇ ਤੁਸੀਂ ਬੋਰਨ ਹੋਏ ਹੋ ਉੱਥੋਂ ਦੀ ਗੱਲ ਕਰਕੇ। ਅਤੇ ਮੇਰਾ ਜਨਮ ਜੀ ਪਿੰਡ ਤਲਵਾੜਾ, ਜ਼ਿਲ੍ਹਾ ਕਪੂਰਥਲਾ ਦੇ ਵਿੱਚ ਉੱਥੇ ਹੋਇਆ ਜੀ। ਉੱਥੇ ਫਾਰਮ 'ਤੇ ਸਾਡੀ ਰਿਹਾਇਸ਼ ਸੀਗੀ, ਅਤੇ ਜਦੋਂ 10 ਸਾਲ ਦੀ ਉਮਰ ਦੇ ਵਿੱਚ ਸਾਡੀ ਫੈਮਿਲੀ ਜਿਹੜੀ ਉਹ ਜਲੰਧਰ ਮੂਵ ਹੋ ਗਈ। ਠੀਕ ਹੈ ਜੀ। ਅਤੇ ਉਸ ਤੋਂ ਅੱਗੇ ਦੀ ਜਿਹੜੀ ਪੜ੍ਹਾਈ ਸੀ, ਸਕੂਲਿੰਗ ਸੀ ਜਾਂ ਇੰਜੀਨੀਅਰਿੰਗ, ਵਾਇਰਲੈਸ ਇੰਜੀਨੀਅਰਿੰਗ ਦੀ ਪੜ੍ਹਾਈ ਸੀ, ਉੱਥੇ ਰਹਿ ਕੇ ਪੂਰੀ ਕੀਤੀ ਜੀ। ਕਿਹੜੀ ਇੰਸਟੀਚਿਊਟ ਤੋਂ ਕੀਤੀ ਜੀ? ਇਹ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਜੀ, ਜਲੰਧਰ। ਵਾਇਰਲੈਸ ਇੰਜੀਨੀਅਰਿੰਗ? ਜੀ ਜੀ, ਕੀ ਬਾਤ ਹੈ। ਅਤੇ ਭਾਜੀ, ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚਾਹੁੰਦੇ ਹਾਂ ਕਿ ਹਰੇਕ ਕੈਨੇਡੀਅਨ, ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਨੇ, ਉਹਨਾਂ ਦੀ ਕਹਾਣੀ ਹੁੰਦੀ ਆ ਜੀ, ਔਰ ਅਸੀਂ ਚਾਹੁੰਦੇ ਹਾਂ ਕਿ ਉਹ ਕਹਾਣੀ ਉਹਨਾਂ ਦੇ ਜ਼ਬਾਨੀ ਹੀ ਸੁਣਾਈ ਜਾਵੇ ਜੀ। ਸੋ ਆਪਾਂ ਬਿਜ਼ਨਸ ਤੋਂ ਪਹਿਲਾਂ ਇੱਕ ਹੋਰ ਗੱਲਬਾਤ ਕਰਾਂਗੇ ਕਿ ਤੁਸੀਂ ਕੈਨੇਡਾ ਕਦੋਂ ਆਏ, ਕਿਵੇਂ ਸਬੱਬ ਬਣਿਆ, ਔਰ ਨੈਚੁਰਲੀ ਹਰ ਬੰਦੇ ਦੀਆਂ ਕੈਨੇਡਾ ਵਿੱਚ ਜਦੋਂ ਆਉਂਦਾ ਕਈ ਤਰ੍ਹਾਂ ਦੀਆਂ ਉਹਨੂੰ ਮੁਸ਼ਕਿਲਾਂ ਪੇਸ਼ ਆਉਂਦੀਆਂ ਨੇ, ਕਈ ਪੜਾਅ ਜਿਹੜੇ ਨੇ ਉਤਾਰ ਚੜਾਵ ਅਸੀਂ ਦੇਖਦੇ ਹਾਂ, ਅਤੇ ਫਿਰ ਅਸੀਂ ਕਾਮਯਾਬੀ ਤੱਕ ਪਹੁੰਚਦੇ ਹਾਂ ਜੀ। ਸੋ ਇਹ ਸਾਰਾ ਸਫ਼ਰ ਜਿਹੜਾ ਹੈ ਕਿਵੇਂ ਦਾ ਰਿਹਾ ਤੁਹਾਡਾ? ਜੀ, ਅੱਜ ਤੋਂ 14 ਸਾਲ ਪਹਿਲਾਂ ਈਅਰ 2006 ਵਿੱਚ ਕੈਨੇਡਾ ਆਇਆ ਸੀ ਮੈਂ। ਇੱਥੇ ਲੈਂਡ ਐਡਮਿੰਟਨ 'ਚ ਹੀ ਕੀਤਾ, ਅਲਬਰਟਾ 'ਚ ਹੀ, ਅਤੇ 14 ਸਾਲ ਤੋਂ ਇੱਥੇ ਰਹਿ ਰਹੇ ਜੀ, ਅਲਬਰਟਾ ਦੇ ਵਿੱਚ ਹੀ। ਠੀਕ ਹੈ ਜੀ। ਅਤੇ ਇੱਥੋਂ ਦਾ ਸਫ਼ਰ, ਜਿਹੜੀਆਂ ਸਾਰਿਆਂ ਨੂੰ ਮੁਸ਼ਕਿਲਾਂ ਆਉਂਦੀਆਂ ਇਮੀਗਰੈਂਟ ਨੂੰ, ਉੱਦਾਂ ਦੀਆਂ ਮੁਸ਼ਕਿਲਾਂ ਸਾਨੂੰ ਵੀ ਆਈਆਂ, ਪਰ ਮੈਨੂੰ ਲੱਗਦਾ ਅਸੀਂ ਖੁਸ਼ਕਿਸਮਤ ਹਾਂ ਕਿ ਜਿਹੜੀਆਂ ਸਾਡੀਆਂ ਮੁਸ਼ਕਿਲਾਂ ਜਿਹੜੀਆਂ ਸਾਡੇ ਤੋਂ 100 ਸਾਲ ਪਹਿਲਾਂ ਆਏ ਸੀ, ਉਹਨਾਂ ਨਾਲੋਂ ਕਾਫੀ ਘੱਟ ਵੀ ਨੇ। ਬਹੁਤ ਫਰਕ ਹੈ ਜੀ। ਅਤੇ ਸਾਨੂੰ ਉਹਨਾਂ ਔਖਾ ਨਹੀਂ ਹੋਣਾ ਪਿਆ। ਦੂਜਾ, ਮੈਨੂੰ ਲੱਗਦਾ ਜੀ ਜਿਹੜੀਆਂ ਇੱਥੇ ਦੀਆਂ ਮੁਸ਼ਕਿਲਾਂ ਨੇ ਕੈਨੇਡਾ ਆ ਕੇ, ਜਿਹੜੀਆਂ ਤੁਹਾਨੂੰ ਮੁਸ਼ਕਿਲਾਂ ਹੁੰਦੀਆਂ, ਉਹ ਮੁਸ਼ਕਿਲਾਂ ਤੁਹਾਨੂੰ ਇੱਕ ਚੰਗੇ ਪਾਸੇ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ। ਹਰ ਇੱਕ ਮੁਸ਼ਕਿਲ ਤੁਹਾਨੂੰ ਇੱਕ ਸਟੈਪ ਤੁਹਾਡੀ ਕਾਮਯਾਬੀ ਵੱਲ, ਤੁਹਾਡੇ ਡਰੀਮਸ ਵੱਲ, ਤੁਹਾਡੇ ਗੋਲਸ ਵੱਲ ਦੇ ਲਾਗੇ ਲੈ ਕੇ ਜਾਂਦੀ ਹੈ। ਸੋ ਉਹਨੂੰ ਆਪਾਂ ਇਹਨੂੰ ਇੱਦਾਂ ਨਾ ਦੇਖਿਆ ਜਾਏ ਕਿ ਇਹ ਮੁਸ਼ਕਿਲਾਂ ਨੇ। ਹਾਂਜੀ, ਤੁਸੀਂ ਇੱਕ ਜਦੋਂ ਤੁਹਾਡੀ ਕਲਚਰਲ ਚੇਂਜ ਹੈਗੀ ਹੈ ਇੱਥੇ ਆਉਣ ਤੋਂ ਬਾਅਦ, ਤੁਹਾਡੇ ਵੈਦਰ ਦੀ ਸਭ ਤੋਂ ਵੱਡੀ ਚੇਂਜ ਹੈ, ਕਿਉਂਕਿ ਆਪਾਂ +40 ਤੋਂ -40 ਜਦੋਂ ਆਉਂਦੇ ਹਾਂ, ਬਿਲਕੁਲ, ਅਤੇ ਉਹ ਚੀਜ਼ ਨੂੰ ਤੁਸੀਂ ਵਰਡਸ ਵਿੱਚ ਜਾਂ ਡਿਸਕ੍ਰਾਈਬ ਨਹੀਂ ਕਰ ਸਕਦੇ। ਜਿੰਨਾ ਚਿਰ ਤੁਸੀਂ ਫੀਲ ਨਹੀਂ ਕਰਦੇ, ਤੁਹਾਨੂੰ ਉਸ ਚੀਜ਼ ਦਾ ਪਤਾ ਨਹੀਂ ਲੱਗਦਾ ਕਿ -40 ਦਾ ਜਿਹੜਾ ਟੈਂਪਰੇਚਰ ਉਹ ਕਿੱਦਾਂ ਫੀਲ ਹੁੰਦਾ ਜੀ। ਫਿਰ ਇੱਥੋਂ ਦਾ ਟਰਾਂਜ਼ਿਟ ਸਿਸਟਮ ਹੈ ਜੀ, ਇੱਥੋਂ ਦਾ ਟਰੈਫਿਕ ਸਿਸਟਮ ਹੈ, ਇੱਥੇ ਆ ਕੇ ਲਾਇਸੈਂਸ ਲੈਣਾ, ਉਹ ਸਾਰੇ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਚੰਗੀਆਂ ਚੀਜ਼ਾਂ ਨੇ, ਕਿਉਂਕਿ ਖੁਸ਼ੀ ਹੁੰਦੀ ਹੈ ਹਰ ਬੰਦਾ ਹਰ ਸਟੈਪ ਜਦੋਂ ਪਾਰ ਕਰਦਾ। ਬਿਲਕੁਲ ਜੀ, ਹਰ ਸਟੈਪ ਨਾਲ ਤੁਸੀਂ, ਜਿਵੇਂ ਮੈਂ ਕਿਹਾ ਕਿ ਤੁਸੀਂ ਆਪਣੇ ਗੋਲ, ਆਪਣੇ ਡਰੀਮ, ਤੁਹਾਡੀ ਜਿਹੜੀ ਬੈਟਰ ਲਾਈਫ ਕਰਕੇ ਤੁਸੀਂ ਕੈਨੇਡਾ ਆਏ ਹੋ, ਉਹਦੇ ਤੁਸੀਂ ਇੱਕ ਸਟੈਪ ਹੋਰ ਲੱਗੇ ਹੁੰਦੇ ਆ। ਬਿਲਕੁਲ। ਅਤੇ ਪਹਿਲੇ 4 ਮਹੀਨੇ ਜਿਹੜੇ ਸੀਗੇ ਉਹ ਕਾਫੀ ਸੰਘਰਸ਼ਪੂਰਨ ਵੀ ਸੀਗੇ, ਜਾਂ ਕਹਿ ਲਓ ਬਿਜ਼ੀ ਸੀ। ਇਹ ਸਾਰੀਆਂ ਚੀਜ਼ਾਂ, ਜਿਹੜਾ ਬੇਸਿਕ ਲਾਈਫ ਜਿਹੜੀ ਕੈਨੇਡਾ 'ਚ ਤੁਸੀਂ ਸੈੱਟ ਕਰਨੀ ਹੈ, ਉਹਨੂੰ ਸੈੱਟ ਕਰਨ ਵਾਸਤੇ। ਪਰ 4 ਮਹੀਨੇ ਦੀ ਸਟਰਗਲ ਤੋਂ ਬਾਅਦ ਮੈਨੂੰ ਜੋਬ ਮਿਲ ਗਈ ਜੀ ਇੱਥੇ ਰੋਜਰਸ ਵਾਇਰਲੈਸ ਦੇ ਨਾਲ। ਠੀਕ ਹੈ ਜੀ। ਅਤੇ ਕੁਝ 5.5 ਸਾਲ ਮੈਂ ਉਹਨਾਂ ਦੇ ਨਾਲ ਕੰਮ ਕੀਤਾ। ਉਸ ਤੋਂ ਬਾਅਦ ਮੈਂ 7.5 ਸਾਲ ਜੀ ਸਨਕੋਰ ਐਨਰਜੀ ਕੰਪਨੀ ਹੈ ਫੋਰਟ ਮੈਕਮਰੀ ਦੇ ਵਿੱਚ, ਉਹਨਾਂ ਨਾਲ ਕੰਮ ਕੀਤਾ ਜੀ। ਦੇ ਆਰ ਵਨ ਆਫ ਦ ਬਿਗੇਸਟ ਇੰਪਲੋਇਰਸ ਇਨ ਕੈਨੇਡਾ, ਟੌਪ ਇੰਪਲੋਇਰਸ ਇਨ ਕੈਨੇਡਾ। ਅਤੇ ਇਹ 12 ਸਾਲ ਦੀ ਜਿਹੜੀ ਜਰਨੀ ਸੀ ਜੀ ਇਹ ਜੋਬ ਦੇ ਵਿੱਚ। ਹਾਂਜੀ, ਮੁਸ਼ਕਿਲਾਂ ਵੀ ਆਈਆਂ, ਜਿਵੇਂ ਮੈਂ ਕਿਹਾ ਕਿ ਇੱਥੇ ਆਉਣ ਵਾਲੇ ਹਰ ਇਮੀਗਰੈਂਟ ਨੂੰ ਆਉਂਦੀਆਂ ਜੀ। ਬਿਲਕੁਲ।
ਤੇ ਪਰ ਉਹਦੇ ਨਾਲ ਜੋ ਸਿੱਖਣ ਨੂੰ ਮਿਲਿਆ ਮਨਜੀਤ ਜੀ, ਉਹਦਾ ਕੋਈ ਮੈਨੂੰ ਲੱਗਦਾ ਕਿ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ, ਉਹਦਾ ਕੋਈ ਮੈਚ ਨਹੀਂ ਹੈਗਾ, ਕਿਉਂਕਿ ਜਿੰਨਾ ਕੁਝ ਇੱਥੇ ਆ ਕੇ ਸਿੱਖਿਆ, ਜੋ ਪਰਸਨਲ ਤੇ ਪ੍ਰੋਫੈਸ਼ਨਲ ਡਿਵੈਲਪਮੈਂਟ ਇੱਥੇ ਆ ਕੇ ਹੋਈ ਹੈ, ਜਾਂ ਜਿਹੜੀ ਓਪਰਚੁਨਿਟੀ ਮਿਲੀ ਹੈ, ਉਦੋਂ ਦੀ ਓਪਰਚੁਨਿਟੀ ਅਨਮੈਚੇਬਲ ਹੈ ਜੀ। ਹਾਂਜੀ। ਤੇ ਅੱਜ ਕੱਲ ਕੀ ਬਿਜ਼ਨਸ ਜਾਂ ਕੀ ਪ੍ਰੋਫੈਸ਼ਨ ਚੱਲ ਰਿਹਾ ਜੀ? ਚਮਨਜੀਤ ਜੀ, ਕਾਫੀ ਵਧੀਆ ਸਵਾਲ ਤੁਸੀਂ ਪੁੱਛਿਆ ਜੀ। ਐਕਚੁਅਲੀ ਜਿੱਦਾਂ ਮੇਰੀ ਜਿਹੜੀ ਬੈਕਗਰਾਊਂਡ ਜਾਂ ਐਜੂਕੇਸ਼ਨ ਹੈਗੀ ਹੈ, ਤੇ ਮੇਰੀ ਜਿਹੜਾ ਐਕਸਪੀਰੀਅੰਸ ਉਹ ਸਾਰਾ ਜੌਬ ਨਾਲ ਹੈਗਾ, ਜਿੱਦਾਂ ਮੈਂ ਕੈਨੇਡਾ 'ਚ ਆਇਆ। ਪਰ ਕੁਝ ਸਾਲ 2-3 ਸਾਲ ਪਹਿਲਾਂ ਜਿਹੜਾ ਸੀਗਾ, ਜਾਂ ਪਹਿਲਾਂ ਕਹਿ ਲਓ ਕਿ 12 ਸਾਲ ਜਿਹੜੀ ਮੈਂ ਜੌਬ ਕੀਤੀ ਜੀ, 12 ਸਾਲ ਦੇ ਵਿੱਚ ਇੱਕ ਦਿਲ ਦੇ ਵਿੱਚ ਡ੍ਰੀਮ, ਇੱਕ ਵਿਜ਼ਨ, ਇੱਕ ਗੋਲ ਇਹ ਸੀ ਕਿ ਆਪਣਾ ਬਿਜ਼ਨਸ ਕਰਨਾ। ਬਿਲਕੁਲ। ਮੈਂ ਤੁਹਾਨੂੰ ਰੀਜ਼ਨ ਦੱਸਦਾ, ਜੌਬ ਮਾੜੀ ਚੀਜ਼ ਨਹੀਂ ਹੈਗੀ ਜੀ। ਜੌਬ ਜਿਹੜੀ ਚੰਗੀ ਜੌਬ ਆ, ਉਹ ਵੀ ਤੁਹਾਨੂੰ ਪੈਰਾਂ ਸਿਰ ਓਨਾ ਹੀ ਸੌਖਾ ਕਰ ਦਿੰਦੀ ਹੈ ਜਿੰਨਾ ਤੁਹਾਨੂੰ ਬਿਜ਼ਨਸ ਕਰਦਾ ਹੈ। ਬਿਲਕੁਲ ਜੀ, ਜੌਬ ਤੇ ਬਿਜ਼ਨਸ ਦੋਨਾਂ ਦੇ ਆਪਣੇ ਪ੍ਰੋਜ਼ ਐਂਡ ਕੌਨਸ ਨੇ। ਬਿਲਕੁਲ ਜੀ। ਤੇ ਉਸ ਤੋਂ 3 ਸਾਲ ਪਹਿਲਾਂ ਕੁਝ ਓਪਰਚੁਨਿਟੀ ਇਦਾਂ ਦੀ ਪ੍ਰੈਜ਼ੈਂਟ ਹੋਈ ਜੀ ਸਾਨੂੰ, ਕਿ ਅਸੀਂ ਜਿਹੜੀ ਜਰਨੀ ਸਟਾਰਟ ਹੋਈ ਬਿਜ਼ਨਸ ਦੀ, ਉਹ ਅਸੀਂ ਕੁਇਕ ਸਰਵ ਰੈਸਟੋਰੈਂਟ ਦੀ ਫਰੈਂਚਾਈਜ਼ ਆ ਜੀ, ਉਹਨਾਂ ਤੋਂ ਅਸੀਂ ਸਟਾਰਟ ਕੀਤਾ। ਠੀਕ ਹੈ ਜੀ। ਹੁਣ ਉਹ ਜਿਹੜੇ ਸਟੋਰਸ ਨੇ, ਉਹ ਮੇਰੇ ਜੋ ਵਾਈਫ ਨੇ ਉਹ ਟੇਕ ਕੇਅਰ ਕਰਦੇ ਉਹਨਾਂ ਦੀ। ਤੇ ਉਸ ਤੋਂ ਬਾਅਦ ਇੱਕ ਹੋਰ ਓਪਰਚੁਨਿਟੀ ਜਿਹੜੀ ਪ੍ਰੈਜ਼ੈਂਟ ਹੋਈ ਜੀ, ਉਹ ਸੀ ਜੀ ਸੁਪਰ ਗ੍ਰਾਫਿਕਸ ਦੀ। ਠੀਕ ਹੈ ਜੀ। ਸਾਈਨ ਕੰਪਨੀ। ਤੇ ਇਹ ਜਿਹੜੀ ਵਿਜ਼ਨ ਸੀ ਜਾਂ ਡ੍ਰੀਮ ਸੀ, ਮੇਰਾ ਇਕੱਲੇ ਦਾ ਡ੍ਰੀਮ ਨਹੀਂ, ਮੇਰੇ ਪਾਰਟਨਰ, ਮੇਰੇ ਸਿਸਟਰ ਨੇ ਜੀ ਵੱਡੇ, ਅਮਨਪ੍ਰੀਤ ਕੌਰ, ਉਹਨਾਂ ਨੇ 2013 ਤੋਂ ਲੈ ਕੇ ਜੀ ਫੋਰਟ ਮੈਕਮਰੀ ਦੇ ਵਿੱਚ ਇੱਕ ਸਾਈਨ ਕੰਪਨੀ ਰਨ ਕੀਤੀ ਹੈ। ਠੀਕ ਹੈ ਜੀ। ਉਹਨਾਂ ਦਾ ਐਕਸਪੀਰੀਅੰਸ ਸੀ, ਮੇਰਾ ਜੌਬ ਦਾ ਤੇ ਮੇਰਾ ਜਿਹੜਾ ਇੱਥੇ ਵਰਕ ਐਕਸਪੀਰੀਅੰਸ ਸੀ, ਅਸੀਂ ਦੋਵੇਂ ਫਿਰ ਇੱਕ ਪਲੇਟਫਾਰਮ ਤੇ ਆ ਕੇ ਅਸੀਂ ਇਕੱਠੇ ਹੋ ਕੇ ਸੋਚਿਆ ਕਿ ਅਸੀਂ ਇਹ ਕੰਮ ਕਰਨਾ ਜਿਹਦੇ ਵਿੱਚ ਸਾਡੇ ਦੋਵਾਂ ਦੀ ਵਿਜ਼ਨ ਤੇ ਡ੍ਰੀਮ ਅਸੀਂ ਪੂਰਾ ਕਰ ਸਕੀਏ। ਬਿਲਕੁਲ ਜੀ। ਤੇ ਜਿਹੜਾ ਭਾਜੀ ਹੁਣ ਤੁਸੀਂ ਕੰਮ ਕਰ ਰਹੇ ਜੇ ਗ੍ਰਾਫਿਕਸ ਦਾ ਐਂਡ ਡਿਜ਼ਾਈਨਸ ਦਾ, ਇਹਦੇ ਵਿੱਚ ਜੇ ਅਸੀਂ ਬਰੀਫ ਦੇ ਵਿੱਚ ਗੱਲ ਕਰੀਏ, ਵੈਸੇ ਤਾਂ ਮੈਂ ਜਦੋਂ ਤੁਹਾਡੀ ਵੈਬਸਾਈਟ ਦੇਖ ਰਿਹਾ ਸੀ, ਉਹਦੇ ਬਹੁਤ ਲੰਬੀ ਚੌੜੀ ਲਿਸਟ ਆ ਕਿ ਕਿਹੜੇ ਪ੍ਰੋਡਕਟਸ ਐਂਡ ਸਰਵਿਸਿਜ਼ ਤੁਸੀਂ ਮੁਹੱਈਆ ਕਰਦੇ ਜੇ ਸੰਖੇਪ ਵਿੱਚ ਗੱਲ ਕਰਨੀ ਹੋਵੇ ਤੇ ਕੀ ਸਰਵਿਸਿਜ਼ ਜਿਹੜੀਆਂ ਨੇ ਉਹ ਤੁਸੀਂ ਪ੍ਰੋਵਾਈਡ ਕਰ ਰਹੇ ਜੀ ਐਡਵੈਂਟੋਰੀਅਨਸ ਨੂੰ? ਜੀ, ਸੁਪਰ ਗ੍ਰਾਫਿਕਸ ਡਿਜ਼ਾਈਨ ਕੰਪਨੀ ਫੁੱਲ ਸਰਵਿਸ ਸਾਈਨ ਕੰਪਨੀ ਹੈ ਜੀ। ਅਸੀਂ ਸਟੋਰ ਫਰੰਟ ਸਾਈਨਸ, ਠੀਕ ਹੈ ਜੀ, ਜਿਹਦੇ ਵਿੱਚ ਤੁਹਾਡੇ ਬਾਕਸ ਸਾਈਨਸ, ਇਲੂਮੀਨੇਟਡ, ਨਾਨ ਇਲੂਮੀਨੇਟਡ ਸਾਈਨ, ਤੁਹਾਡੇ ਚੈਨਲ ਲੈਟਰਸ ਨੇ ਜੀ, ਤੁਹਾਡਾ ਐਕਸਟੀਰੀਅਰ ਸਾਈਨੇਜ, ਪਾਇਲਨ ਸਾਈਨ ਉਹਦੇ ਵਿੱਚ ਆ ਜਾਂਦੇ ਆ। ਉਸ ਤੋਂ ਬਿਨਾਂ ਤੁਹਾਡੇ ਇੰਟੀਰੀਅਰ ਸਾਈਨੇਜ, ਜਿਵੇਂ ਤੁਹਾਡੀ ਰਿਸੈਪਸ਼ਨ ਸਾਈਨਸ ਨੇ, ਜਾਂ ਤੁਹਾਡੇ ਬੈਨਰਸ ਨੇ, ਜਾਂ ਸਟੈਂਡ ਅਪ ਬੈਨਰਸ ਨੇ, ਜਾਂ ਤੁਹਾਡਾ ਮਾਰਕੀਟਿੰਗ ਪ੍ਰਮੋਸ਼ਨਲ ਮਟੀਰੀਅਲ ਹੈ, ਬੇਸਿਕਲੀ ਹਰ ਤਰ੍ਹਾਂ ਦੀ ਸਾਈਨੇਜ ਅਸੀਂ ਆਫਰ ਕਰਦੇ ਹਾਂ ਜੀ। ਕੀ ਬਾਤ ਹੈ ਜੀ। ਇਹਦੇ ਨਾਲ ਇੱਕ ਹੋਰ ਰਿਲੇਟਡ ਚੀਜ਼ ਸੀਗੀ, ਕੁਝ ਜਿਹੜੇ ਬਿਜ਼ਨੈਸਿਸ ਨੇ, ਖਾਸ ਕਰਕੇ ਜਿਹੜੇ ਤੁਹਾਨੂੰ ਸਰਵਿਸਿਜ਼ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਦੇ ਨੇ, ਡਿਲੀਵਰੀ ਟੂ ਹੋਮ, ਸਮਥਿੰਗ ਲਾਈਕ ਦੈਟ ਜੀ, ਤੇ ਉਹ ਜਿਹੜੇ ਵਹੀਕਲਸ ਨੂੰ ਰੈਪ ਵੀ ਕਰਦੇ ਜੀ, ਕੀ ਤੁਸੀਂ ਉਹ ਵੀ ਕਰਦੇ ਜੀ? ਹਾਂਜੀ, ਵਹੀਕਲ ਰੈਪ ਸਾਡਾ ਕਾਫੀ ਮੈਜੋਰਟੀ ਹੈਗਾ ਜੀ ਉਹਦਾ ਕੰਮ। ਤੇ ਵਹੀਕਲ ਰੈਪਸ ਦੇ ਵਿੱਚ ਤੁਹਾਡੇ ਕਈ ਅਲੱਗ-ਅਲੱਗ ਤਰ੍ਹਾਂ ਦੇ ਆਪਸ਼ਨਸ ਹੈਗੀਆਂ ਪ੍ਰੋਡਕਟਸ, ਜਾਂ ਤੁਸੀਂ ਫੁੱਲ ਰੈਪ ਵੀ ਕਰਵਾ ਸਕਦੇ ਹੋ, ਤੁਸੀਂ 3/4 ਪਾਰਸ਼ੀਅਲ ਰੈਪ ਕਰਵਾ ਸਕਦੇ ਹੋ, ਤੁਸੀਂ ਹਾਫ ਰੈਪ, ਜਾਂ ਤੁਸੀਂ ਸਿਰਫ ਗ੍ਰਾਫਿਕਸ, ਵਿੰਡੋ ਡੈਕਲਸ, ਬੇਸਿਕਲੀ ਤੁਹਾਡੇ ਬਜਟ ਦੇ ਹਿਸਾਬ ਨਾਲ ਜੀ, ਤੇ ਤੁਹਾਡੀ ਲੋੜ ਦੇ ਹਿਸਾਬ ਨਾਲ ਹਰ ਤਰ੍ਹਾਂ ਦਾ ਸਾਈਨ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਜੀ। ਕਹਿਣ ਦਾ ਮਤਲਬ ਵੀ ਕਿ ਕੈਨੇਡੀਅਨ ਜਿਹੜਾ ਸਿਸਟਮ ਹੈ, ਇਹਦੇ ਵਿੱਚ ਜਿਹੜੇ ਬਿਜ਼ਨੈਸਿਸ ਨੇ ਉਹਨਾਂ ਨੂੰ ਜਿਹੜੀ ਵੀ ਲੋੜ ਹੁੰਦੀ ਹੈ ਪ੍ਰਮੋਸ਼ਨ ਦੀ, ਹਰ ਤਰ੍ਹਾਂ ਦਾ ਤੁਸੀਂ ਪ੍ਰਮੋਸ਼ਨਲ ਪੈਕੇਜ ਜਿਹੜਾ ਵਾ ਉਹ ਤਿਆਰ ਕਰਕੇ ਪ੍ਰੋਵਾਈਡ ਕਰਦੇ ਜੀ? ਜੀ ਬਿਲਕੁਲ ਜੀ। ਜਿਹੜੀ ਤੁਹਾਡੀ ਪ੍ਰਮੋਸ਼ਨ ਹੈ ਜਾਂ ਸਾਈਨ ਕਹਿ ਲਓ, ਹਾਂਜੀ, ਸਾਈਨ ਤੁਹਾਡਾ ਸਭ ਤੋਂ ਪਹਿਲਾ ਇੰਪ੍ਰੈਸ਼ਨ ਹੈ ਜੀ ਤੁਹਾਡੇ ਬਿਜ਼ਨਸ ਦਾ, ਤੁਹਾਡੀ ਬ੍ਰਾਂਡ ਦਾ। ਬਿਲਕੁਲ। ਤੇ ਜੇ ਤੁਹਾਡਾ ਸਾਈਨ ਅਟਰੈਕਟਿਵ ਹੈਗਾ, ਜਿਹੜੇ ਫੈਕਟਸ ਜਾਂ ਸਟੈਟਸ ਆ ਉਹ ਕਹਿੰਦੇ ਕਿ 50% ਲੋਕ ਜਿਹੜੇ ਉਹ ਸਟੋਰਸ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਐਂਟਰ ਕਰਦੇ ਨੇ ਸਿਰਫ ਤੁਹਾਡਾ ਸਾਈਨ ਦੇਖ ਕੇ, ਕਿਉਂਕਿ ਤੁਹਾਡਾ ਸਾਈਨ ਅਪੀਲਿੰਗ ਹੈ ਜੀ। ਤੁਹਾਡਾ ਜਿਹੜਾ ਸਾਈਨ ਆ ਤੁਹਾਡੀ ਬ੍ਰਾਂਡ ਨੂੰ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰ ਰਿਹਾ। ਬਿਲਕੁਲ। ਤੁਹਾਡੇ ਬ੍ਰਾਂਡ ਦੇ ਕਲਰ ਤੁਹਾਡੀ ਵਿਜ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੋ ਤੁਹਾਡਾ ਸਾਈਨ ਜਿਹੜਾ ਤੁਹਾਡਾ ਸਭ ਤੋਂ ਪਹਿਲਾ ਇੰਪ੍ਰੈਸ਼ਨ ਆ, ਤੁਸੀਂ ਕਿਤੇ ਇੰਟਰਵਿਊ ਲਈ ਜਾਂਦੇ ਹੋ, ਬਿਲਕੁਲ, ਜਾਂ ਤੁਸੀਂ ਕਿਸੇ ਖਾਸ ਬੰਦੇ ਨੂੰ ਮਿਲਣ ਜਾਂਦੇ ਹੋ, ਤੁਸੀਂ ਚੰਗੀ ਤਰ੍ਹਾਂ ਰੈਡੀ ਹੋ ਕੇ ਜਾਂਦੇ ਹੋ, ਚੰਗੇ ਕੱਪੜੇ ਪਾ ਕੇ ਜਾਂਦੇ ਹੋ, ਕਿਉਂਕਿ ਤੁਹਾਡਾ ਪਹਿਲਾ ਇੰਪ੍ਰੈਸ਼ਨ ਜਿਹੜਾ ਤੁਹਾਡਾ ਲਾਸਟ ਇੰਪ੍ਰੈਸ਼ਨ ਵੀ ਹੈ, ਤੇ ਉਹ ਤੁਹਾਡਾ ਪਹਿਲਾ ਇੰਪ੍ਰੈਸ਼ਨ ਸਭ ਤੋਂ ਬੈਸਟ ਇੰਪ੍ਰੈਸ਼ਨ ਹੋਣਾ ਚਾਹੀਦਾ। ਤੇ ਜੇ ਤੁਹਾਡਾ ਸਾਈਨ ਵਧੀਆ ਹੈ, ਉਹ ਤੁਹਾਡਾ ਪਹਿਲਾ ਇੰਪ੍ਰੈਸ਼ਨ ਜੀ ਤੁਹਾਨੂੰ ਇਟ ਗੋਜ਼ ਲੌਂਗ ਵੇਜ਼, ਤੇ ਤੁਹਾਡੇ ਬਿਜ਼ਨਸ ਲਈ ਬਹੁਤ ਫਾਇਦਾ ਕਰਦਾ ਤੁਹਾਨੂੰ ਚੰਗਾ ਸਾਈਨ। ਬਿਲਕੁਲ, ਜਿਵੇਂ ਤੁਸੀਂ ਕਹਿ ਸਕਦੇ ਵੀ ਆਪਾਂ ਵੈਲ ਡਰੈਸਡ ਹੋ ਕੇ ਇੰਟਰਵਿਊ 'ਚ ਬੈਠੇ ਹਾਂ ਵੀ ਵੀ ਲੁੱਕ ਨਾਈਸ, ਰਾਈਟ? ਤੇ ਇਸੇ ਤਰ੍ਹਾਂ ਜੇ ਬਿਜ਼ਨਸ ਨਾ, ਉਹਦਾ ਵੀ ਇੱਕ ਤਰੀਕੇ ਨਾਲ ਇਹ ਡਰੈਸਅਪ ਆ। ਹਾਂਜੀ ਜੀ, ਤੁਹਾਡਾ ਫਸਟ ਇੰਪ੍ਰੈਸ਼ਨ ਹੈ। ਬਿਲਕੁਲ। ਹਾਂਜੀ। ਸੰਦੀਪ ਹੁੰਦਲ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਇੱਕ ਵਾਇਰਲੈਸ ਇੰਜੀਨੀਅਰ ਸੀਗੇ ਜੀ, ਔਰ ਸਨਕੋਰ ਜਿਹੜੀ ਕਿ ਕੈਨੇਡਾ ਦੀ ਇੱਕ ਬੜੀ ਨਾਮਵਰ ਕੰਪਨੀ ਆ, ਉਹਦੇ ਨਾਲ ਵੀ ਲੰਬਾ ਅਰਸਾ ਤੁਸੀਂ ਕੰਮ ਕੀਤਾ ਜੀ। ਤੇ ਇਹ ਫਿਰ ਇੱਕ ਜਿਹੜਾ ਯੂ ਟਰਨ ਕਿਵੇਂ ਵੱਜ ਗਿਆ ਜੀ? ਤੁਸੀਂ ਇਹ ਸਾਈਨ ਐਂਡ ਡਿਜ਼ਾਈਨ ਵਾਲੀ ਸਾਈਡ ਤੇ ਕਿਵੇਂ ਆ ਗਏ ਤੁਸੀਂ? ਮਨਜੀਤ ਜੀ, ਜਿਹੜੀ ਜੌਬ, ਜਿਵੇਂ ਮੈਂ ਕਿਹਾ ਕਿ ਮਾੜੀ ਚੀਜ਼ ਨਹੀਂ, ਜੌਬ ਬਹੁਤ ਵਧੀਆ ਚੀਜ਼ ਹੈ। ਤੇ ਜਦੋਂ ਤੁਸੀਂ ਕਿਸੇ ਬਹੁਤ ਵੱਡੀ ਕੰਪਨੀ ਨਾਲ ਕੰਮ ਕਰਦੇ ਹੋ, ਵੱਡੀ ਕੰਪਨੀ ਜਿਹੜੀ ਤੁਹਾਨੂੰ ਓਪਰਚੁਨਿਟੀਜ਼ ਮਿਲਦੀਆਂ ਨੇ, ਡੈਫੀਨਿਟਲੀ ਜਿਹੜੀ ਤੁਹਾਡੀ ਪਰਸਨਲ ਪ੍ਰੋਫੈਸ਼ਨਲ ਡਿਵੈਲਪਮੈਂਟ ਹੁੰਦੀ ਹੈ ਜੀ, ਉਹ ਅਨਮੈਚੇਬਲ ਹੈ। ਬਿਲਕੁਲ।
ਤੇ ਸਨਕੋਰ ਦੇ ਵਿੱਚ ਜਿਹੜਾ ਕੰਮ ਕੀਤਾ ਜੀ ਉਹਦੇ ਵਿੱਚ ਕਾਫੀ ਜ਼ਿਆਦਾ ਡਿਵੈਲਪਮੈਂਟ ਹੋਈ, ਪ੍ਰੋਫੈਸ਼ਨਲੀ ਬਹੁਤ ਡਿਵੈਲਪਮੈਂਟ ਵਧੀਆ ਹੋਈ ਜੀ, ਪਰਸਨਲੀ ਕਾਫੀ ਡਿਵੈਲਪਮੈਂਟ ਕੀਤੀ। ਪਰ ਉਸ ਤੋਂ ਬਿਨਾਂ ਜਿਹੜਾ ਕੁਝ ਸਰਟੀਫਿਕੇਸ਼ਨ ਸੀ ਜਿਹੜੀਆਂ, ਜਿਵੇਂ ਇੱਕ ਪ੍ਰੋਜੈਕਟ ਮੈਨੇਜਮੈਂਟ ਪ੍ਰੋਫੈਸ਼ਨਲ ਦੀ ਸਰਟੀਫਿਕੇਸ਼ਨ ਹੈ, ਇੱਕ IT ਸਰਵਿਸ ਡਿਲੀਵਰੀ ਮੈਨੇਜਮੈਂਟ ਦੀ ਸਰਟੀਫਿਕੇਸ਼ਨ ਹੈ, ਤੇ ਉਸ ਤੋਂ ਬਿਨਾਂ ਹੋਰ ਵੀ ਕਾਫੀ ਵਰਕ ਰਿਲੇਟਡ ਟ੍ਰੇਨਿੰਗ ਸੀਗੀਆਂ, ਸੇਫਟੀ ਰਿਲੇਟਡ ਟ੍ਰੇਨਿੰਗ ਸੀਗੀਆਂ। ਉਹ ਜਿੰਨਾ ਸਾਰਾ ਐਕਸਪੀਰੀਅੰਸ ਸੀਗਾ, ਉਹ ਜਦੋਂ ਤੁਸੀਂ ਇੱਕ ਪੁਆਇੰਟ ਤੇ ਪਹੁੰਚ ਜਾਂਦੇ ਤੁਹਾਨੂੰ ਲੱਗਦਾ ਕਿ ਜਿਹੜਾ ਐਕਸਪੀਰੀਅੰਸ ਹੈ ਜੀ ਮੈਂ ਹੋਰ ਬੈਟਰ ਯੂਜ਼ ਕਰ ਸਕਦਾ। ਬਿਲਕੁਲ। ਤੇ ਤੁਸੀਂ ਉਸ ਐਕਸਪੀਰੀਅੰਸ ਦੇ ਨਾਲ ਤੁਸੀਂ ਇੱਕ ਵੈਲਿਊ ਆਪਣੇ ਕਲਾਇੰਟਸ ਲਈ, ਆਪਣੇ ਕਸਟਮਰਸ ਲਈ ਕੋਈ ਯੂਨੀਕ ਪ੍ਰੋਡਕਟ ਤੁਸੀਂ ਡਿਲੀਵਰ ਕਰ ਸਕਦੇ ਹੋ। ਬਿਲਕੁਲ। ਤੇ ਜਿੱਦਾਂ ਮੈਂ ਕਿਹਾ, ਮੇਰਾ ਡ੍ਰੀਮ, ਸਾਡੀ ਵਿਜ਼ਨ, ਗੋਲ ਇਹੀ ਸੀਗੀ ਜੀ ਕੰਮ ਉਹ ਕਰਨਾ, ਕਿਉਂਕਿ ਤੁਸੀਂ ਜੌਬ ਦੇ ਵਿੱਚ ਥੋੜੇ ਜਿਹੇ ਲਿਮਿਟਡ ਹੁੰਦੇ ਆ, ਕਿਉਂਕਿ ਤੁਸੀਂ ਤੁਹਾਡੇ ਉੱਪਰ ਜਿਹੜਾ ਬੰਦਾ ਇੱਕ ਮੈਨੇਜਰ ਹੈਗਾ, ਤੁਸੀਂ ਆਪਣੀ ਬਾਉਂਡਰੀਜ਼ ਦੇ ਵਿੱਚ ਤੁਹਾਡੇ ਵਰਕ ਜਿਹੜਾ ਪ੍ਰੋਫਾਈਲ ਹੈਗਾ ਉਹ ਡਿਫਾਈਨ ਕੀਤਾ ਜਾਂਦਾ ਹੈ। ਬਿਲਕੁਲ। ਤੁਸੀਂ ਉਸ ਵਰਕ ਪ੍ਰੋਫਾਈਲ ਦੇ ਵਿੱਚ ਜਿਹੜੀਆਂ ਤੁਹਾਨੂੰ ਜੌਬ ਰਿਸਪੌਂਸਿਬਿਲਿਟੀਜ਼ ਦਿੱਤੀਆਂ ਗਈਆਂ ਤੁਸੀਂ ਉਹ ਸਾਰੀਆਂ ਕਰ ਸਕਦੇ ਆ, ਪਰ ਤੁਸੀਂ ਉਸ ਬਾਉਂਡਰੀਜ਼ ਤੋਂ ਬਾਹਰ ਜਾ ਕੇ ਬਿਲਕੁਲ ਤੁਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਜੇ ਤੁਹਾਡੀ ਆਪਣੀ ਕੋਈ ਇਨੋਵੇਸ਼ਨ ਹੈਗੀ ਆ, ਤੁਹਾਡੀ ਕੋਈ ਵਿਜ਼ਨ ਹੈਗੀ ਹੈ, ਤੁਸੀਂ ਜੌਬ ਦੇ ਵਿੱਚ ਉਹ ਤੁਸੀਂ ਕਰ ਨਹੀਂ ਸਕਦੇ ਇੰਪਲੀਮੈਂਟ। ਇਸ ਕਰਕੇ ਅਸੀਂ ਇਹ ਸੋਚਿਆ ਕਿ ਅਸੀਂ ਉਹ ਕੰਮ ਕਰਾਂਗੇ ਜਿਹਦੇ ਵਿੱਚ ਅਸੀਂ ਆਪਣਾ ਕੋਈ ਪ੍ਰੋਡਕਟ ਜਿਹੜਾ ਯੂਨੀਕ ਵੀ ਹੋਵੇ, ਜਿਹੜੀ ਵੈਲਿਊ ਵੀ ਕਸਟਮਰਸ ਨੂੰ ਮਿਲੇ, ਤੇ ਜਿਹਦੇ ਵਿੱਚ ਅਸੀਂ ਆਪ ਆਪਣੀ ਇਨਪੁਟ, ਆਪਣੀ ਵਿਜ਼ਨ ਨੂੰ ਅਸੀਂ ਇੰਪਲੀਮੈਂਟ ਕਰ ਸਕੀਏ, ਕੁਝ ਇਨੋਵੇਟ ਕਰ ਸਕੀਏ, ਕੁਝ ਡਿਫਰੈਂਟ ਕਰ ਸਕੀਏ। ਤੇ ਉਹਦਾ ਰੀਜ਼ਨ ਸੀ ਜੀ ਅਸੀਂ ਫਿਰ ਸੁਪਰ ਗ੍ਰਾਫਿਕ ਡਿਜ਼ਾਈਨ ਕੰਪਨੀ ਸ਼ੁਰੂ ਕੀਤੀ ਹੈ। ਬਹੁਤ ਵਧੀਆ ਡਿਸੀਜਨ ਹੈ ਜੀ ਭਾਜੀ। ਇਸ ਬਾਬਤ ਅਸੀਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ। ਇਸ ਤੋਂ ਪਹਿਲਾਂ ਅਸੀਂ ਬ੍ਰੇਕ ਲੈਣੀ ਆ, ਔਰ ਉਸ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਆਪਣਾ ਸੁਪਰ ਗ੍ਰਾਫਿਕ ਐਂਡ ਡਿਜ਼ਾਈਨ ਕੰਪਨੀ ਜਿਹੜੀ ਆ ਉਹਦਾ ਕੰਟੈਕਟ ਨੰਬਰ ਤੇ ਹੋਰ ਜਿਹੜੀ ਤੁਹਾਡੀ ਇਨਫੋਰਮੇਸ਼ਨ ਆ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰੋ ਜੀ। ਸੁਪਰ ਗ੍ਰਾਫਿਕ ਡਿਜ਼ਾਈਨ ਕੰਪਨੀ, ਸਾਡਾ ਐਡਰੈਸ ਹੈ ਜੀ 592991 ਸਟਰੀਟ ਨਾਰਥ ਵੈਸਟ, ਤੇ ਸਾਡਾ ਫੋਨ ਨੰਬਰ ਹੈ ਜੀ 7804339393। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਾਈਨੇਜ ਚਾਹੀਦੀ ਹੈ, ਇੰਟੀਰੀਅਰ ਐਕਸਟੀਰੀਅਰ, ਵਹੀਕਲ ਗ੍ਰਾਫਿਕਸ ਜਾਂ ਵਹੀਕਲ ਰੈਪਸ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੇਰਾ ਫੋਨ ਨੰਬਰ 7804339393। ਸੋ ਦੋਸਤੋ, ਅਸੀਂ ਗੱਲਬਾਤ ਨੂੰ ਹੋਰ ਜਾਰੀ ਰੱਖਾਂਗੇ ਜੀ। ਇਸ ਤੋਂ ਨਾਲ ਇੱਕ ਬ੍ਰੇਕ ਲੈ ਲੈਂਦੇ ਹਾਂ, ਔਰ ਬ੍ਰੇਕ ਤੋਂ ਬਾਅਦ ਇਸ ਗੱਲਬਾਤ ਨੂੰ ਫਿਰ ਜਾਰੀ ਰੱਖਾਂਗੇ। ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਬ੍ਰੇਕ ਤੋਂ ਬਾਅਦ ਆਪ ਸਭਨਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਸੰਦੀਪ ਹੁੰਦਲ ਜੀ ਦੇ ਨਾਲ। ਸੰਦੀਪ ਭਾਜੀ, ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀਗੇ ਤੁਹਾਡੇ ਪਿਛਲੇ ਬਿਜ਼ਨਸ ਬਾਰੇ ਜਾਂ ਤੁਹਾਡਾ ਕਰੰਟ ਬਿਜ਼ਨਸ, ਸੋ ਜਿਹੜੀ ਇੰਡੀਆ ਦੀ ਤੁਹਾਡੀ ਤਾਲੀਮ ਸੀ ਜਾਂ ਤੁਸੀਂ ਕੈਨੇਡਾ ਆਉਣ ਤੋਂ ਬਾਅਦ ਵੱਖ-ਵੱਖ ਜਿਹੜੀਆਂ ਜੌਬਸ ਕੀਤੀਆਂ ਉਹਦੇ ਵਿੱਚ ਵੱਖ-ਵੱਖ ਸਕਿੱਲਸ ਲਈਆਂ, ਤੁਸੀਂ ਅਪਗ੍ਰੇਡ ਕੀਤਾ ਆਪਣੇ ਆਪ ਨੂੰ, ਉਹ ਸਾਰੀਆਂ ਸਕਿੱਲਸ ਤੁਹਾਡੇ ਕਰੰਟ ਬਿਜ਼ਨਸ ਦੇ ਵਿੱਚ ਕਿੰਨੀਆਂ ਕੁ ਸਹਾਈ ਹੋਈਆਂ, ਕਿੰਨੀਆਂ ਕੁ ਕਾਰਗਰ ਨੇ? ਉਹ ਬਹੁਤ ਜ਼ਿਆਦਾ ਕਾਰਗਰ ਨੇ ਜੀ। ਆਪਾਂ ਬਿਲੀਵ ਨਹੀਂ ਕਰਨਾ ਤੁਸੀਂ ਕਿ ਇੰਨਾ ਜ਼ਿਆਦਾ ਉਹਦੀ ਇੰਪਲੀਮੈਂਟੇਸ਼ਨ ਮੈਂ ਕਰਦਾ ਹਾਂ ਕੰਮ ਦੇ ਵਿੱਚ। ਤੇ ਮੇਰੇ ਪਾਰਟਨਰ, ਮੇਰੇ ਸਿਸਟਰ, ਕਿਉਂਕਿ ਉਹਨਾਂ ਵੀ ਸਾਇੰਸ ਦਾ ਕੰਮ ਕੀਤਾ ਹੈ ਤੇ ਉਹ ਵੀ ਬਾਈ ਪ੍ਰੋਫੈਸ਼ਨ ਉਹਦਾ ਟੀਚਰ ਨੇ, ਪਰ ਉਹ ਵੀ ਕਿਉਂਕਿ ਤੁਸੀਂ ਜੋ ਸਕਿੱਲਸ ਜਾਂ ਤੁਸੀਂ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਆ ਜਾਂ ਪੀਪਲ ਸਕਿੱਲ ਤੁਹਾਡੇ ਹਮੇਸ਼ਾ ਕੰਮ ਆਉਂਦੇ ਆ। ਬਿਲਕੁਲ। ਸਿਮਿਲਰਲੀ ਜਿਹੜੇ ਮੈਂ ਆਪਣੇ ਇੱਥੇ ਆ ਕੇ ਅਪਗ੍ਰੇਡੇਸ਼ਨ ਕੀਤੀ, ਪ੍ਰੋਜੈਕਟ ਮੈਨੇਜਮੈਂਟ ਜਾਂ ਸਰਵਿਸ ਡਿਲੀਵਰੀ, ਬੇਸਿਕਲੀ ਕੈਨੇਡਾ ਵਿੱਚ ਬਹੁਤਾ ਕੰਮ ਸਰਵਿਸ ਦਾ ਜੀ। ਆਪਾਂ ਸਰਵਿਸ ਇੰਡਸਟਰੀ ਇਜ਼ ਦ ਬਿਗੇਸਟ ਇੰਪਲੋਇਰ ਇਨ ਦ ਕੈਨੇਡਾ। ਤੇ ਸਰਵਿਸ ਜਿਹੜੀ ਹੈਗੀ ਉਹ ਜਿਹੜਾ ਉਹਦਾ ਸਰਟੀਫਿਕੇਸ਼ਨ ਨੇ ਮੇਰੀ ਕਾਫੀ ਹੈਲਪ ਕੀਤੀ, ਕਿਉਂਕਿ ਐਂਡ ਆਫ ਦ ਡੇ ਤੁਸੀਂ ਜੋ ਵੀ ਕਰਦੇ ਆ, ਕੋਈ ਵੀ ਸਾਈਨ ਕਰ ਰਹੇ ਆ ਜਾਂ ਕਿਸੇ ਵੀ ਬਿਜ਼ਨਸ ਦੇ ਵਿੱਚ ਤੁਸੀਂ ਸਰਵਿਸ ਦੇ ਰਹੇ ਹੋ। ਬਿਲਕੁਲ। ਕਲਾਇੰਟ ਨੂੰ ਸਰਵਿਸ ਦੇ ਰਹੇ ਹੋ, ਤੇ ਉਹ ਜਿਹੜਾ ਸਰਵਿਸ ਡਿਲੀਵਰੀ ਦੇ ਵਿੱਚ ਮੈਨੂੰ ਬਹੁਤ ਫਾਇਦਾ ਹੋਇਆ ਜੀ ਉਹਦਾ, ਕਿਉਂਕਿ ਐਂਡ ਟੂ ਐਂਡ ਕਲਾਇੰਟਸ ਦੀਆਂ ਜਿਹੜੀਆਂ ਨੀਡ ਨੂੰ ਸਮਝਣਾ, ਉਹਦੀ ਜਿਹੜੀ ਬਜਟ ਨੂੰ ਸਮਝਣਾ, ਕਲਾਇੰਟਸ ਦੀ ਜਿਹੜੀ ਟਾਈਮਲਾਈਨ ਨੂੰ ਸਮਝਣਾ, ਉਹਦੀ ਜਿਹੜੀ ਬਿਜ਼ਨਸ ਦੀ ਜੋ ਅਰਜੈਂਸੀ ਹੈ ਉਹਨੂੰ ਸਮਝਣਾ। ਬਿਲਕੁਲ। ਤੇ ਉਹ ਬੇਸਿਕਲੀ ਐਂਡ ਆਫ ਦ ਜਿਹੜਾ ਕੋਈ ਵੀ ਚੀਜ਼ ਹੈ ਜੀ, ਪ੍ਰੋਜੈਕਟ ਹੈਗੇ, ਸਾਰੇ ਪ੍ਰੋਜੈਕਟ ਹੀ ਹੈ ਜੇ ਤੁਸੀਂ ਸਾਈਨ ਡਿਲੀਵਰ ਕਰਨਾ ਸਟਾਰਟ ਤੋਂ ਲੈ ਕੇ ਐਂਡ ਤੱਕ। ਬਿਲਕੁਲ ਜੀ। ਜਿਵੇਂ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਕਿਸੇ ਵੀ ਪ੍ਰੋਜੈਕਟ ਨੂੰ ਅਸੀਂ ਸਟਾਰਟ ਤੋਂ ਐਂਡ ਤੱਕ ਲੈ ਕੇ ਜਾਣਾ ਹੁੰਦਾ। ਫੋਰ ਐਗਜ਼ਾਮਪਲ, ਤੁਹਾਡੇ ਕੋਲ ਕੋਈ ਵੀ ਕਲਾਇੰਟ ਆਉਂਦਾ ਹੈ, ਉਹ ਤੁਹਾਨੂੰ ਕਹਿੰਦਾ ਵੀ ਅਸੀਂ ਕਿਸੇ ਵੀ ਸਾਈਨ ਨੂੰ ਡਿਜ਼ਾਈਨ ਕਰਾਉਣਾ ਵਾ ਜਾਂ ਉਹਦੇ ਗ੍ਰਾਫਿਕਸ ਬਣਾਉਣੇ ਆ ਜੀ। ਇਹ ਜਿਹੜਾ ਪ੍ਰੋਸੈਸ ਆ ਫਰੋਮ ਕੰਸਲਟੇਸ਼ਨ ਟੂ ਇੰਸਟਾਲੇਸ਼ਨ, ਇਹ ਕਿਵੇਂ ਚੱਲਦਾ ਵਾ ਔਰ ਇਹਦੀ ਪ੍ਰੋਸੀਜਰ ਕੀ ਹੈ ਜੀ? ਬਹੁਤ ਵਧੀਆ ਸਵਾਲ ਮਨਜੀਤ ਜੀ। ਇਹ ਆਪਣੇ ਕੋਈ 6 ਸਟੈਪਸ ਦਾ ਪ੍ਰੋਸੀਜਰ ਹੈਗਾ ਜੀ। ਸਭ ਤੋਂ ਪਹਿਲਾ ਜਿਹੜਾ ਸਟੈਪ ਉਹ ਕੰਸਲਟੇਸ਼ਨ ਦਾ ਸਟੈਪ। ਬਿਲਕੁਲ। ਕੰਸਲਟੇਸ਼ਨ ਦੇ ਵਿੱਚ ਬੇਸਿਕਲੀ ਤੁਸੀਂ ਸਾਡੇ ਵੱਲੋਂ ਅਸੀਂ ਜਿਹੜੀ ਕਸਟਮਰ ਦੀ ਡਿਮਾਂਡ ਨੂੰ ਅੰਡਰਸਟੈਂਡ ਕਰਦੇ ਹਾਂ ਕਿ ਉਹਦੀ ਡਿਮਾਂਡ ਕੀ ਹੈ, ਉਹਦੀ ਨੀਡ ਕੀ ਹੈ, ਉਹਦੀ ਬ੍ਰਾਂਡ ਦੀ ਵਿਜ਼ਨ ਕੀ ਹੈ ਤੇ ਬ੍ਰਾਂਡ ਦੀਆਂ ਰਿਕੁਆਇਰਮੈਂਟਸ ਕੀ ਨੇ। ਬਿਲਕੁਲ। ਹੁਣ ਹਰ ਇੱਕ ਬ੍ਰਾਂਡ ਦਾ ਇੱਕ ਆਪਣੀ ਇੱਕ ਥੀਮ ਕਲਰ ਵੀ ਹੋ ਸਕਦਾ ਹੈ ਤੇ ਇੱਕ ਉਹਨਾਂ ਦਾ ਲੋਗੋ ਜਿਹੜਾ ਕਿ ਉਹਦੀ ਬ੍ਰਾਂਡ ਨੂੰ ਰਿਪਰੈਜ਼ੈਂਟ ਕਰਦਾ ਹੈ। ਕੰਸਲਟੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਜਿਹੜੇ ਅਸੀਂ ਕਲਾਇੰਟ ਦੇ ਨਾਲ ਫੋਨ ਤੇ
ਉਹਦੇ ਨਾਲ ਕੰਸਲਟ ਕਰਦੇ ਹਾਂ ਜਾਂ ਈਮੇਲ ਦੇ ਥਰੂ ਕੰਸਲਟੇਸ਼ਨ ਹੋ ਸਕਦੀ ਹੈ। ਦੂਜਾ ਜਿਹੜਾ ਸਟੈਪ ਹੈ ਜੀ ਉਹ ਹੈਗਾ ਸਾਈਟ ਵਿਜ਼ਿਟ ਦਾ। ਸਾਈਟ ਵਿਜ਼ਿਟ 'ਚ ਅਸੀਂ ਸਾਈਟ 'ਤੇ ਵਿਜ਼ਿਟ ਕਰਕੇ ਉਹਨਾਂ ਦੀ ਜਿਹੜੀਆਂ ਮੈਜਰਮੈਂਟਸ ਲੈਣੀਆਂ, ਉਹਦਾ ਜਿਹੜਾ ਸਰਫੇਸ ਹੈਗਾ ਜਿੱਥੇ ਸਾਈਨ ਲੱਗਣਾ ਹੈ, ਉੱਥੋਂ ਦੀਆਂ ਇਲੈਕਟ੍ਰੀਕਲ ਰਿਕੁਆਇਰਮੈਂਟਸ ਕੀ ਹੈਗੀਆਂ, ਉਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਵਿੱਚ ਸੈਕੰਡ ਸਟੈਪ 'ਚ ਕਵਰ ਹੁੰਦੀਆਂ ਜੀ। ਜਿਹੜਾ ਥਰਡ ਸਟੈਪ ਹੈ ਜੀ ਉਹ ਹੈਗਾ ਡਿਜ਼ਾਈਨ ਦਾ। ਠੀਕ ਹੈ ਜੀ। ਡਿਜ਼ਾਈਨ ਦਾ ਜਿਹੜਾ ਸਟੈਪ ਹੈ ਜੀ ਬਹੁਤ ਕ੍ਰਿਟੀਕਲ ਸਟੈਪ ਹੈ, ਕਿਉਂਕਿ ਇੱਕ ਵਾਰ ਜਿਹੜਾ ਤੁਸੀਂ ਡਿਜ਼ਾਈਨ ਤੁਹਾਡਾ ਬਣਦਾ ਹੈ ਜੀ, ਉਹ ਤੁਹਾਡਾ ਵੈਬਸਾਈਟ 'ਤੇ ਵੀ ਯੂਜ਼ ਹੋਣਾ ਹੈ, ਉਹ ਤੁਹਾਡੇ ਵਹੀਕਲ 'ਤੇ ਵੀ ਯੂਜ਼ ਹੋਣਾ ਹੈ, ਉਹ ਤੁਹਾਡੇ ਸਟੋਰ ਦੇ ਬਾਹਰ ਵੀ ਯੂਜ਼ ਹੋਣਾ ਹੈ, ਅੰਦਰ ਵੀ ਯੂਜ਼ ਹੋਣਾ, ਤੁਹਾਡੇ ਬਿਜ਼ਨਸ ਕਾਰਡ, ਤੁਹਾਡੀ ਸਟੇਸ਼ਨਰੀ, ਤੁਹਾਡਾ ਇੱਕ ਵਾਰ ਜਿਹੜਾ ਡਿਜ਼ਾਈਨ ਕੋਈ ਲੋਗੋ ਤੁਹਾਡਾ ਜਿਵੇਂ ਡਿਜ਼ਾਈਨ ਹੋ ਜਾਂਦਾ, ਹਰ ਜਗ੍ਹਾ 'ਤੇ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਔਰ ਮੋਸਟਲੀ ਉਹ ਲਾਈਫ ਲੌਂਗ ਵੀ ਚੱਲਦਾ ਹੈ। ਲਾਈਫ ਲੌਂਗ ਚੱਲਦਾ ਜੀ, ਹਾਂਜੀ। ਤੇ ਉਹਦੀ ਡੁਪਲੀਕੇਸ਼ਨ ਜਾਂ ਉਹਦੀ ਜਿਹੜੀ ਰੈਪੀਟੀਸ਼ਨ ਕਾਫੀ ਜ਼ਿਆਦਾ ਹੈ, ਉਹ ਕਾਫੀ ਕ੍ਰਿਟੀਕਲ ਪ੍ਰੋਸੈਸ ਹੈ। ਉਹ ਤੋਂ ਅਗਲਾ ਸਟੈਪ ਹੈ ਜੀ ਮੌਕਅਪ। ਸੋ ਮੌਕਅਪ ਕੀ ਹੈ ਜੀ, ਇੱਕ ਤੇ ਹੈਗਾ ਤੁਹਾਨੂੰ ਮੈਂ ਡਿਜ਼ਾਈਨ ਬਣਾ ਕੇ ਦਿਖਾਤਾ ਜੀ, ਇੱਦਾਂ ਮੌਕਅਪ ਹੈ, ਇੱਦਾਂ ਦਾ ਲੱਗੇਗਾ। ਠੀਕ ਹੈ ਜੀ। ਪਰ ਉਹ ਜਿਹੜਾ ਸਾਈਨ ਤੁਹਾਡੀ ਵਾਲ ਦੇ ਉੱਪਰ ਲੱਗਾ ਜਾਂ ਤੁਹਾਡੇ ਸਟੋਰ ਫਰੰਟ ਦੇ ਉੱਪਰ ਲੱਗਾ, ਕਿੱਦਾਂ ਦਾ ਲੱਗੇਗਾ, ਉਹਨੂੰ ਮੌਕਅਪ ਕਹਿ ਦਿੰਦੇ ਹਾਂ ਜੀ। ਹਾਂਜੀ, ਮੌਕਅਪ ਦਿਖਾਣੇ ਕਲਾਇੰਟ ਨੂੰ ਕਿ ਇੱਦਾਂ ਦਾ ਲੱਗੇਗਾ। ਬਿਲਕੁਲ। ਡੇ ਟਾਈਮ ਇੱਦਾਂ ਦਾ ਲੱਗੇਗਾ, ਨਾਈਟ ਟਾਈਮ ਜੇ ਇਲੂਮੀਨੇਟਡ ਸਾਈਨ ਆ ਤੇ ਨਾਈਟ ਟਾਈਮ ਜਿਹੜੀਆਂ ਲਾਈਟਸ ਦੇ ਨਾਲ, LED ਲਾਈਟਸ ਦੇ ਨਾਲ ਤੁਹਾਨੂੰ ਇੱਦਾਂ ਦਾ ਲੱਗੇਗਾ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਸਟੈਪ ਹੈ ਜੀ ਆਪਣਾ, ਜਿਵੇਂ ਐਡਮਿੰਟਨ ਦੇ ਵਿੱਚ ਜਿਹੜੀ ਇੰਡਸਟਰੀ ਹੈਗੀ ਹੈ, ਰੈਗੂਲੇਟਡ ਇੰਡਸਟਰੀ ਹੈ। ਇਹਦੇ ਵਿੱਚ ਕੀ ਹੈ ਜੀ, ਤੁਹਾਨੂੰ ਜਦੋਂ ਵੀ ਤੁਸੀਂ ਕੋਈ ਸਾਈਨ ਲਾਉਣਾ ਹੈ, ਤੁਹਾਨੂੰ ਉਸ ਤੋਂ ਪਹਿਲਾਂ ਜਿਹੜਾ ਸਟੋਰ ਫਰੰਟ ਸਾਈਨ ਹੈ, ਜੇ ਕਿਸੇ ਸਰਟਨ ਸਾਈਜ਼ ਤੋਂ ਜਾਂ weight ਤੋਂ ਵੱਡਾ ਹੈ, ਸਰਟਨ ਹਾਈਟ ਤੇ ਲਾ ਰਹੇ ਹੋ ਤੁਸੀਂ, ਤੁਹਾਨੂੰ ਉਹਦੇ ਲਈ ਸਿਟੀ ਕੋਲੋਂ ਪਰਮਿਟ ਲੈਣਾ ਪੈਂਦਾ ਹੈ। ਜਿਵੇਂ ਤੁਸੀਂ ਘਰ 'ਚ ਕੋਈ ਮੋਡੀਫਿਕੇਸ਼ਨ ਕਰਨੀ ਹੈ ਜਾਂ ਨਵਾਂ ਘਰ ਬਣਾਉਣਾ ਹੈ, ਤੁਹਾਨੂੰ ਸਿਟੀ ਤੋਂ ਪਰਮਿਟ ਲੈਣਾ ਪੈਂਦਾ ਹੈ। ਸਿਮਿਲਰਲੀ ਸਾਈਨ ਇੰਡਸਟਰੀ ਦੇ ਵਿੱਚ ਤੁਹਾਨੂੰ ਸਾਈਨ ਲਾਉਣ ਤੋਂ ਪਹਿਲਾਂ ਪਰਮਿਟ ਲੈਣਾ ਪੈਂਦਾ ਹੈ। ਸੋ ਅਸੀਂ ਕਲਾਇੰਟਸ ਦੀ ਉੱਥੇ ਵੀ ਹੈਲਪ ਕਰਦੇ ਹਾਂ, ਕਿਉਂਕਿ ਅਸੀਂ ਕਹਿ ਲਓ ਕਿ ਸਾਇੰਸ ਦੇ ਸਬਜੈਕਟ ਮੈਟਰ ਐਕਸਪਰਟਸ ਹਾਂ ਜੀ। ਸਾਨੂੰ ਪਤਾ ਸਿਟੀ ਨੂੰ ਕੀ ਚੀਜ਼ ਚਾਹੀਦੀ ਹੈ। ਉੱਦਾਂ ਕੋਈ ਵੀ ਜਾ ਕੇ ਸਿਟੀ ਕੋ ਪਰਮਿਟ ਲੈ ਸਕਦਾ, ਤੁਸੀਂ ਵੀ ਜਾ ਕੇ ਆਪਣੇ ਘਰ ਦੇ ਡੈਕ ਵਾਸਤੇ ਜਾਂ ਕਿਸੇ ਚੀਜ਼ ਲਈ ਪਰਮਿਟ ਲੈ ਸਕਦੇ ਹਾਂ। ਪਰ ਅਸੀਂ ਕਿਉਂਕਿ ਐਵਰੀਡੇ ਬੇਸਿਸ 'ਤੇ ਸਿਟੀ ਨਾਲ ਕੰਮ ਕਰਦੇ ਹਾਂ, ਅਸੀਂ ਉਹ ਜਿਹੜਾ ਸਾਰਾ ਪ੍ਰੋਸੈਸ ਅਸੀਂ ਸਮਝਦੇ ਹਾਂ ਕਿ ਉਹ ਕਿੰਨਾ ਟਾਈਮ ਲੱਗਦਾ ਹੈ ਅਤੇ ਉਹਦੇ ਲਈ ਕੀ ਕੀ ਰਿਕੁਆਇਰਮੈਂਟਸ, ਕਿੱਦਾਂ ਦੀਆਂ ਡਰਾਇੰਗਸ ਚਾਹੀਦੀਆਂ, ਲੈਂਡਲੋਰਡ ਦਾ ਅਪਰੂਵਲ ਚਾਹੀਦਾ, ਸਾਈਟ ਪਲਾਨ ਚਾਹੀਦਾ ਤੁਹਾਨੂੰ। ਉਸ ਤੋਂ ਬਾਅਦ ਜੀ ਸਿਟੀ ਆਪਣਾ ਟਾਈਮ ਲੈਂਦੀ ਹੈ। ਉਹ ਤੁਹਾਡੀ ਜਿਹੜੀ ਐਪਲੀਕੇਸ਼ਨ ਨੂੰ ਰਿਵਿਊ ਕਰਦੇ ਹੋ, ਦੇਖਦੇ ਹੋ ਕਿ ਜਿਹੜਾ ਤੁਹਾਡਾ ਤੁਸੀਂ ਸਾਈਨ ਲਾ ਰਹੇ ਹੋ ਉਹਦਾ ਕੋਈ ਰਿਸਕ ਤਾਂ ਨਹੀਂ ਹੈਗਾ ਪਬਲਿਕ ਨੂੰ, ਉਹਦਾ ਜਿਹੜਾ ਹੋਰ ਕਿਸੇ ਪਬਲਿਕ ਪ੍ਰਾਪਰਟੀ ਨੂੰ ਕੋਈ ਰਿਸਕ ਤਾਂ ਨਹੀਂ ਹੈਗਾ। ਉਹ ਚੀਜ਼ਾਂ ਦੇਖਣ ਤੋਂ ਬਾਅਦ ਤੁਹਾਨੂੰ ਪਰਮਿਟ ਇਸ਼ੂ ਹੁੰਦਾ ਜੀ। ਅਤੇ ਉਸ ਤੋਂ ਅਗਲਾ ਸਟੈਪ ਜਿਹੜਾ ਇੰਸਟਾਲੇਸ਼ਨ ਦਾ। ਸੋ ਇੰਸਟਾਲੇਸ਼ਨ ਜਿਹੜਾ ਤੁਹਾਡਾ ਫਾਈਨਲੀ ਤੁਸੀਂ ਜਦੋਂ ਇੰਸਟਾਲ ਕਰਦੇ ਆ, ਤੁਸੀਂ ਡਿਲੀਵਰ ਕਰਦੇ ਆ ਜਿਹੜਾ ਪ੍ਰੋਜੈਕਟ ਹੈ ਜਾਂ ਤੁਹਾਡੀ ਸਰਵਿਸ ਹੈ ਜਾਂ ਪ੍ਰੋਡਕਟ ਹੈ, ਉਹ ਤੁਹਾਡਾ ਸਭ ਤੋਂ ਲਾਸਟ ਸਟੈਪ ਹੈ। ਪਰ ਉੱਥੇ ਸਾਡਾ ਰਿਲੇਸ਼ਨਸ਼ਿਪ ਖਤਮ ਨਹੀਂ ਹੁੰਦਾ ਕਲਾਇੰਟ ਨਾਲ, ਕਿਉਂਕਿ ਅਸੀਂ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਜੀ, ਅਸੀਂ ਕਲਾਇੰਟਸ ਦੇ ਨਾਲ ਫੈਮਿਲੀ ਵਾਂਗੂ ਰਿਲੇਸ਼ਨਸ਼ਿਪ ਬਣਾ ਕੇ ਕਰਦੇ ਹਾਂ। ਸਾਡੇ ਲਈ ਕਲਾਇੰਟਸ ਨੰਬਰ ਨਹੀਂ ਨੇ, ਅਤੇ ਅਸੀਂ ਉਹਨਾਂ ਨੂੰ 1-on-1 ਪੂਰੇ ਪ੍ਰੋਸੈਸ ਉਹਨਾਂ ਨੂੰ ਗਾਈਡ ਕਰਦੇ ਹਾਂ ਜੀ ਅਲੋਂਗ ਦਾ ਪ੍ਰੋਸੈਸ। ਵੀ ਮੇਕ ਸ਼ੋਰ ਕਿ ਉਹਨਾਂ ਦੀਆਂ ਨੀਡਸ ਨੂੰ ਸਮਝਿਆ ਜਾਏ ਅਤੇ ਉਹਨਾਂ ਦੀ ਬ੍ਰਾਂਡ ਨੂੰ ਸਮਝਿਆ ਜਾਏ, ਉਹਨਾਂ ਦੀ ਵਿਜ਼ਨ ਨੂੰ ਸਮਝਿਆ ਜਾਏ ਅਤੇ ਉਹਨਾਂ ਨੂੰ ਉਹ ਪ੍ਰੋਡਕਟ ਦਿੱਤਾ ਜਾਵੇ ਜਿਹੜਾ ਉਹਨਾਂ ਲਈ ਕੋਸਟ ਇਫੈਕਟਿਵ ਵੀ ਹੋਵੇ, ਕਿਉਂਕਿ ਬਜਟ ਅੱਜ ਦੀ ਇਕੋਨਮੀ 'ਚ ਬਹੁਤ ਇੰਪੋਰਟੈਂਟ ਹੈ ਜੀ। ਬਿਲਕੁਲ। ਸੋ ਬਜਟ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਰਾਈਟ ਸੋਲਿਊਸ਼ਨ ਮਿਲਣਾ ਚਾਹੀਦਾ ਹੈ। ਅਤੇ ਉਸ ਤੋਂ ਬਾਅਦ ਜਿਹੜਾ ਇੱਥੇ ਪ੍ਰੋਸੈਸ ਤੇ ਆਪਣੇ ਖਤਮ ਹੋ ਜਾਂਦਾ ਜੀ, ਪਰ ਉਸ ਤੋਂ ਬਾਅਦ ਦਾ ਜਿਹੜਾ ਪ੍ਰੋਸੈਸ, ਉਹਦੀ ਜਿਹੜੀ ਮੇਨਟੇਨੈਂਸ ਹੈਗੀ ਹੈ ਜਾਂ ਉਹਦੀ ਵਾਰੰਟੀ ਅਸੀਂ ਕਵਰ ਕਰਦੇ ਹਾਂ, ਵਰਕਮੈਨਸ਼ਿਪ, ਉਹਦੇ ਪ੍ਰੋਡਕਟ ਸੀ, ਅਤੇ ਉਹਦੇ ਕਰਕੇ ਅਸੀਂ ਕਲਾਇੰਟ ਨਾਲ ਕਹਿ ਲਓ ਕਿ ਲਾਈਫ ਲੌਂਗ ਅਸੀਂ ਇਹਦੇ ਨਾਲ ਜੁੜ ਜਾਂਦੇ ਹਾਂ ਜੀ। ਕਿਆ ਬਾਤ ਹੈ ਜੀ। ਇਹ ਤਾਂ ਭਾਜੀ ਮੈਂ ਸੋਚ ਰਿਹਾ ਸੀਗਾ ਵੀ ਇਹ ਤਾਂ ਬਸ ਇੰਨੀ ਕੁ ਗੱਲਬਾਤ ਹੋਊਗੀ ਕਿ ਮੈਂ ਆਇਆ ਤੁਹਾਡੀ ਸ਼ਾਪ 'ਤੇ ਆਰਡਰ ਦਿੱਤਾ ਵੀ ਭਾਜੀ ਆਹ ਸਾਈਨ ਬਣਾਉਣਾ, ਤਾਂ ਤੁਸੀਂ ਬਣਾਤਾ ਜੀ। ਪਰ ਜੇ ਬਾਰੀਕੀ ਨਾਲ ਦੇਖੀਏ ਤਾਂ ਕਾਫੀ ਲੰਬਾ ਚੌੜਾ ਪ੍ਰੋਸੈਸ ਹੈ ਔਰ ਕਾਫੀ ਟੈਕਨੀਕਲ ਪ੍ਰੋਸੈਸ ਹੈ ਜੀ ਇਹ। ਹਾਂਜੀ, ਟੈਕਨੀਕਲ ਪ੍ਰੋਸੈਸ ਹੈ ਜੀ। ਚਲੋ ਆਪਾਂ ਜ਼ਿਆਦਾ ਕਿਸੇ ਨੂੰ ਓਵਰਵੈਲਮ ਨਹੀਂ ਕਰਨਾ ਚਾਹੁੰਦੇ, ਆਪਣੇ ਤੁਹਾਡੇ ਦਰਸ਼ਕਾਂ ਨੂੰ ਵੀ ਦੱਸ ਕੇ ਕਿ ਇਹਦੇ ਵਿੱਚ ਕੀ ਕੀ ਚੀਜ਼ਾਂ ਹੈਗੀਆਂ। ਪਰ ਕੁਝ ਜਿਵੇਂ ਇਲੈਕਟ੍ਰੀਕਲ ਕੰਪੋਨੈਂਟਸ ਹੈਗੇ ਆ, ਤੁਹਾਡੀ ਜਿਹੜੀ ਲਾਈਟ ਦੀ ਇੰਟੈਂਸਿਟੀ ਹੈਗੀ ਹੈ, ਕਿਉਂਕਿ ਸਿਟੀ ਚਾਹੁੰਦੀ ਹੈ ਕਿ ਤੁਹਾਡੀ ਲਾਈਟ ਬਹੁਤ ਜ਼ਿਆਦਾ ਬ੍ਰਾਈਟ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਟ੍ਰੈਫਿਕ ਨੂੰ ਓਬਸਟਰਕਟ ਕਰ ਸਕਦੀ ਹੈ ਜਾਂ ਡਿਸਟਰੈਕਟ ਕਰ ਸਕਦੀ ਹੈ। ਅਤੇ ਇਸ ਕਰਕੇ ਕਾਫੀ ਬਰੀਕੀਆਂ ਹੈਗੀਆਂ ਜੀ, ਨਿੱਕੀਆਂ ਨਿੱਕੀਆਂ, ਪਰ ਉਹ ਤੁਸੀਂ ਸਾਡੇ 'ਤੇ ਛੱਡ ਸਕਦੇ ਹਾਂ। ਅਸੀਂ ਤੁਹਾਡੀ ਹੈਲਪ ਲਈ ਉੱਥੇ ਹੈਗੇ ਹਾਂ। ਤੁਹਾਨੂੰ ਸਾਰਾ ਕੁਝ, ਸਾਨੂੰ ਸਿਰਫ ਇਹ ਹੈ ਕਿ ਤੁਹਾਡੀਆਂ ਨੀਡਸ ਸਾਨੂੰ ਸਮਝ ਆ ਜਾਣ, ਤੁਹਾਡਾ ਬਜਟ ਸਾਨੂੰ ਸਮਝ ਆ ਜਾਏ, ਅਤੇ ਬਾਕੀ ਦਾ ਪ੍ਰੋਸੈਸ ਤੁਸੀਂ ਸਾਡੇ 'ਤੇ ਛੱਡ ਸਕਦੇ ਹਾਂ ਜੀ। ਬਹੁਤ ਵਧੀਆ ਤੁਸੀਂ ਸਾਨੂੰ ਐਕਸਪਲੇਨ ਕੀਤਾ ਜੀ ਵੀ ਕਿਵੇਂ ਜਿਹੜਾ ਪ੍ਰੋਸੈਸ ਫਰੋਮ ਕੰਸਲਟੇਸ਼ਨ ਟੂ ਇੰਸਟਾਲੇਸ਼ਨ ਚੱਲਦਾ। ਭਾਜੀ ਅਗਰ ਗੱਲ ਕਰੀਏ ਕਿ ਤੁਸੀਂ ਪਹਿਲਾਂ ਇੰਡੀਆ ਤੋਂ ਤੁਰੇ, ਉੱਥੇ ਇੱਕ ਇੰਜੀਨੀਅਰ ਸੀਗੇ, ਫਿਰ ਇੱਥੇ ਆ ਕੇ ਤੁਸੀਂ ਕਈ ਜੌਬਸ ਕੀਤੀਆਂ, ਸਨਕੋਰ ਦੇ ਨਾਲ ਜੁੜੇ, ਹੋਰ ਵਾਇਰਲੈਸ ਜੌਬਸ ਵੀ ਕੀਤੀਆਂ, ਹੁਣ ਇੱਕ ਨਵਾਂ ਬਿਜ਼ਨਸ ਕਰ ਰਹੇ ਜੀ। ਸੋ ਜ਼ਿੰਦਗੀ ਦੇ ਕਾਫੀ ਉਤਾਰ ਚੜਾਵ ਦੇਖੇ ਤੁਸੀਂ ਜੀ, ਸੰਘਰਸ਼ ਵੀ ਦੇਖਿਆ, ਕਈ ਐਫਰਟਸ ਕੀਤੀਆਂ, ਅਤੇ ਹੁਣ ਜਿਹੜੇ ਮੁਕਾਮ 'ਤੇ ਪਹੁੰਚੇ ਹੋ, ਕਿਵੇਂ ਲੱਗਦਾ ਇੱਥੇ ਪਹੁੰਚ ਕੇ, ਔਰ ਕਿਵੇਂ ਰਿਹਾ ਇਹ ਸਾਰਾ ਜਿਹੜਾ ਸਫ਼ਰ ਸੀਗਾ, ਜਿਹੜੀ ਜਰਨੀ ਸੀ? ਸਫ਼ਰ ਬਹੁਤ ਵਧੀਆ ਰਿਹਾ ਜੀ। ਹਾਂਜੀ, ਆਪਣੀ ਅਲਬਰਟਾ ਦੀ ਕਹਿ ਲਓ ਜਾਂ ਕੈਨੇਡਾ ਦੀ ਇਕੋਨਮੀ, ਸਪੈਸ਼ਲੀ ਅਲਬਰਟਾ ਦੀ ਬੂਮ ਐਂਡ ਬਸਟ ਇਕੋਨਮੀ ਹੈ ਜੀ। ਬਿਲਕੁਲ। ਇੱਥੇ ਉਤਾਰ ਤੇ ਚੜਾਵ
ਜ਼ਿਆਦਾ ਫ੍ਰੀਕੁਐਂਟਲੀ ਹੁੰਦੇ ਕਹਿ ਲਓ ਕੰਪੇਅਰ ਟੂ ਤੁਸੀਂ ਜੇ ਕੈਨੇਡਾ ਨੂੰ ਜਾਂ ਵਰਲਡ 'ਚ ਕਿਸੇ ਹੋਰ ਦੂਜੀਆਂ ਸਿਟੀਜ਼ ਜਾਂ ਕੰਟਰੀਜ਼ ਜਾਂ ਤੇ ਦੂਜੇ ਪ੍ਰੋਵਿੰਸਸ ਦੀ ਗੱਲ ਕਰ ਲਈਏ, ਪ੍ਰੋਵਿੰਸਿਸ ਦੀ ਗੱਲ ਵੀ ਕਰ ਲਓ, ਜਿਵੇਂ ਟੋਰਾਂਟੋ ਜਾਂ BC ਦੀ ਮਾਰਕੀਟ ਕਾਫੀ ਦੇ ਸਟੇਬਲ, ਮਚ ਬੈਟਰ, ਕਿਉਂਕਿ ਆਪਾਂ ਰਿਸੋਰਸ ਬੇਸਡ ਇਕਨੋਮੀ ਆ ਜੀ, ਤੇ ਸਪੈਸ਼ਲੀ ਆਇਲ ਬੇਸਡ ਇਕਨੋਮੀ, ਇਸ ਕਰਕੇ ਆਪਣੇ ਬੂਮ ਐਂਡ ਬਸਟ ਤੇ ਕਾਫੀ ਵਾਰੀ ਇੱਕ ਵਾਰੀ ਲੱਗਦਾ ਕਿ ਤੁਸੀਂ ਬਿਲਕੁਲ ਥੱਲੇ ਚਲੇ ਗਏ ਹੋ ਤੇ ਇਸ ਤੋਂ ਬਾਅਦ ਇੱਥੋਂ ਉੱਠਣਾ ਔਖਾ ਹੈ। ਪਰ ਸਿੱਖਿਆ ਹੀ ਜੀ, ਕਿਉਂਕਿ ਹਰ ਵਾਰੀ ਜਦੋਂ ਵੀ ਬਸਟ ਆਉਂਦਾ ਉਸ ਤੋਂ ਬਾਅਦ ਕਈ ਰਿਕਵਰੀ ਤੁਹਾਡੀ ਸਲੋ ਹੋ ਸਕਦੀ ਹੈ, ਪਰ ਰਿਕਵਰੀ ਹੁੰਦੀ ਜ਼ਰੂਰ ਹੈ, ਕਿਉਂਕਿ ਦੁਨੀਆ ਜੀ ਵੱਡੀਆਂ ਜੰਗਾਂ ਤੋਂ ਬਾਅਦ ਉੱਠੀ ਹੈ, ਬਿਲਕੁਲ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਉੱਠੀ ਹੈ, ਹੁਣ ਕੋਵਿਡ ਚੱਲ ਰਿਹਾ, ਇਸ ਤੋਂ ਬਾਅਦ ਵੀ ਦੁਨੀਆ ਨੇ ਉੱਠਣਾ ਜੀ, ਬਿਲਕੁਲ। ਪਰ ਜ਼ਰੂਰੀ ਕੀ ਹੈ ਜੀ, ਇੱਕ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਏ, ਬਿਲਕੁਲ, ਇੱਕ ਆਪਣੀ ਕਮਿਊਨਿਟੀ ਦੇ ਨਾਲ ਤੁਹਾਨੂੰ ਖੜਨ ਦੀ ਲੋੜ ਹੈਗੀ ਹੈ, ਤੁਹਾਨੂੰ ਤੀਜੀ ਗੱਲ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਬਹੁਤ ਵਧੀਆ। ਤੁਸੀਂ ਫੋਕਸ ਲੂਜ਼ ਨਾ ਕਰੋ, ਕਿਉਂਕਿ ਚੀਜ਼ਾਂ ਜਿਹੜੀ ਥੱਲੇ ਗਈ ਹੈ ਉਹ ਚੀਜ਼ ਨੇ ਉੱਪਰ ਵੀ ਆਉਣਾ ਹੈ, ਬਿਲਕੁਲ। ਜੇ ਉਤਰਾਅ ਆਇਆ ਤੇ ਚੜਾਅ ਵੀ ਆਉਣਾ ਹੈ ਜੀ, ਸਾਰਾ ਕੁਝ ਠੀਕ ਦੁਬਾਰਾ ਹੋਣਾ ਹੈ, ਪਰ ਤੁਸੀਂ ਜੇ ਪੋਜ਼ਿਟਿਵ ਮਾਈਂਡ ਨਾਲ ਚੱਲਦੇ ਰਹੋਗੇ, ਐਫਰਟਸ ਕਰਦੇ ਰਹੋਗੇ, ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖ ਕੇ ਚੱਲੋਗੇ, ਤੁਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚੋਗੇ ਜੀ, ਤੇ ਮੁਕਾਮ ਜਿਹੜਾ ਤੁਹਾਨੂੰ ਜ਼ਰੂਰ ਮਿਲੇਗਾ। ਤੇ ਇੱਥੇ ਪਹੁੰਚ ਕੇ ਬਹੁਤ ਚੰਗਾ ਲੱਗਦਾ, ਕਮਿਊਨਿਟੀ ਦੀ ਸਪੋਰਟ ਭਾਜੀ ਬਹੁਤ ਵਧੀਆ ਰਹੀ। ਜਿਹੜਾ ਆ ਵੀ ਸਫ਼ਰ ਸੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਸੀ, ਸ਼ੁਰੂ ਕੀਤਾ ਸਾਇੰਸ ਦਾ, ਇਹਦਾ ਜਿਹੜਾ ਸਫ਼ਰ ਸੀ ਬਹੁਤ ਵਧੀਆ ਰਿਹਾ ਹੁਣ ਤੱਕ ਸਾਡਾ, ਕਿਉਂਕਿ ਆਪਣੀ ਕਮਿਊਨਿਟੀ ਜਿਹੜੀ ਹੈਗੀ ਹੈ ਜੀ ਬਹੁਤ ਗਿਵਿੰਗ ਕਮਿਊਨਿਟੀ ਹੈ, ਬਹੁਤ ਵਧੀਆ ਕਮਿਊਨਿਟੀ ਹੈਗੀ। ਆਪਾਂ ਕਿਤੇ ਵੀ ਜਾਂਦੇ ਹਾਂ ਆਪਣਾ ਪੰਜਾਬ ਉੱਥੇ ਬਣਾ ਲੈਂਦੇ ਜਾ ਕੇ, ਤੇ ਇੱਥੋਂ ਦੇ ਜਿਹੜੇ ਪੰਜਾਬੀ ਹੈਗੇ ਆ ਜਾਂ ਇੰਡੀਅਨ ਵੀ ਕਹਿ ਲਓ, ਸਾਰੇ ਆਪਣੇ ਭੈਣ ਭਰਾ ਸਾਰੇ ਬਹੁਤ ਵਧੀਆ ਸਪੋਰਟ ਦਿੱਤੀ ਉਹਨਾਂ ਜੀ, ਬਹੁਤ ਵਧੀਆ, ਉਹਨਾਂ ਕਰਕੇ ਅੱਜ ਕਾਫੀ ਵਧੀਆ ਪੋਜੀਸ਼ਨ 'ਚ ਸੀ। ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਬੜਾ ਵਧੀਆ ਆਨੰਦ ਆ ਰਿਹਾ ਜੀ, ਕਿਉਂਕਿ ਪੋਜ਼ਿਟਿਵਿਟੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੋਜ਼ਿਟਿਵਿਟੀ ਹੀ ਹੈ ਜੀ ਜਿਹੜੀ ਸਾਨੂੰ ਜਿਵੇਂ ਹਨੇਰੇ ਤੋਂ ਪ੍ਰਕਾਸ਼ ਵੱਲ ਨੂੰ ਲੈ ਕੇ ਜਾਂਦੀ ਆ, ਜਾਂ ਜਿੱਥੇ ਅਸੀਂ ਲੱਗਦਾ ਵੀ ਬਹੁਤ ਸੰਘਰਸ਼ਪੂਰਨ ਜੀਵਨ ਚੱਲ ਰਿਹਾ, ਕਿ ਕਿਵੇਂ ਅਸੀਂ ਆਪਣੇ ਜਿਹੜੇ ਮੋਟਿਵਸ ਨੇ, ਜਿਹੜੇ ਆਪਣੇ ਮਕਾਮ ਹਾਸਲ ਕਰਨੇ, ਉੱਥੋਂ ਤੱਕ ਜਾਣਾ। ਭਾਜੀ ਇੱਥੇ ਇੱਕ ਹੋਰ ਕੁਐਸਚਨ ਸੀਗਾ, ਇਹ ਕੁਐਸਚਨ ਨਹੀਂ ਆ, ਕਹਿ ਲਓ ਵੀ ਤੁਹਾਡੀ ਫੀਡਬੈਕ ਆ। ਜਿਵੇਂ ਅਸੀਂ ਸ਼ੁਰੂ ਵਿੱਚ ਗੱਲ ਕੀਤਾ ਵੀ ਇਸ ਪ੍ਰੋਗਰਾਮ ਦਾ ਮਕਸਦ ਇਹ ਵੀ ਆ ਕਿ ਜਿਹੜੇ ਸਾਡੇ ਨਿਊ ਇਮੀਗ੍ਰੈਂਟਸ ਨੇ ਜਾਂ ਸਟੂਡੈਂਟਸ ਨੇ ਜਾਂ ਕੁਝ ਸਾਡੇ ਵੀਰ ਭਰਾ ਜਿਹੜੇ ਇੰਡੀਆ ਵਿੱਚ ਬੈਠੇ ਨੇ ਜਾਂ ਹੋਰਨਾਂ ਦੇਸ਼ਾਂ ਵਿੱਚ ਬੈਠੇ ਨੇ, ਉਹ ਚਾਹੁੰਦੇ ਨੇ ਕੈਨੇਡਾ ਆਉਣਾ, ਕਿਉਂਕਿ ਕੈਨੇਡਾ ਇੱਕ ਸੁਪਨਿਆਂ ਦਾ ਦੇਸ਼ ਲੱਗਦਾ ਸਾਰਿਆਂ ਨੂੰ, ਔਰ ਹੈ ਵੀ ਸੁਪਨਿਆਂ ਦਾ ਦੇਸ਼। ਇਹਨਾਂ ਸੁਪਨਿਆਂ ਨੂੰ ਪੂਰਾ ਕਰਨਾ, ਸਾਕਾਰ ਕਰਨਾ, ਇਹਦੇ ਵਾਸਤੇ ਕੁਝ ਸਾਡੇ ਦਰਸ਼ਕਾਂ ਨੂੰ, ਜਿਹੜੇ ਖਾਸ ਕਰਕੇ ਨਿਊ ਇਮੀਗ੍ਰੈਂਟਸ, ਉਹਨਾਂ ਨੂੰ ਕੁਝ ਟਿਪਸ ਦਿਓ ਜੀ, ਕੋਈ ਗੁਰੂ ਮੰਤਰ ਦਿਓ ਜਿਹੜੇ ਤੁਸੀਂ ਫੀਲ ਕਰਦੇ ਹੋ ਕਿ ਤੁਹਾਡੀ ਸਕਸੈਸ ਦੇ ਵੀ ਉਹ ਕਾਰਨ ਰਹੇ ਨੇ ਜੀ। ਟਿਪਸ ਤੇ ਚਲੋ ਜਿਹੜੇ ਬਹੁਤ ਵੱਡੇ ਲੋਕਾਂ ਵਾਸਤੇ ਉਹ ਦੇ ਸਕਦੇ ਆ, ਪਰ ਹਾਂ ਫੀਡਬੈਕ ਜ਼ਰੂਰ ਹੈਗੀ ਆ ਕਿ ਕੈਨੇਡਾ ਇੱਕ ਓਪਰਚੁਨਿਟੀਜ਼ ਦੀ ਕੰਟਰੀ ਹੈ। ਬਿਲਕੁਲ। ਤੇ ਅਲਬਰਟਾ ਜਿਹੜਾ ਹੈਗਾ ਇੱਕ ਬਹੁਤ ਵਧੀਆ ਪ੍ਰੋਵਿੰਸ, ਆਪਣਾ ਸਾਰਾ ਕੈਨੇਡਾ ਵਧੀਆ, ਕਿਉਂਕਿ ਮੈਂ ਇੱਥੇ ਰਿਹਾ ਜੀ, ਆਪਣੀ ਜਦੋਂ ਦਾ ਇੱਥੇ ਲੈਂਡ ਕੀਤਾ ਕੈਨੇਡਾ 'ਚ, ਅਲਬਰਟਾ 'ਚ ਹੀ ਰਹੇ, ਤੇ ਇੱਕ ਬਹੁਤ ਵਧੀਆ ਜਗ੍ਹਾ ਜੀ। ਤੁਸੀਂ ਆਪਣੀ ਲਾਈਫ ਦੇ ਵਿੱਚ ਜੇ ਕੋਈ ਆਪਣੇ ਡ੍ਰੀਮ ਜਾਂ ਗੋਲ ਤੁਸੀਂ ਅਚੀਵ ਕਰਨ ਲਈ, ਜੇ ਇਸ ਤੋਂ ਬੈਟਰ ਜਗ੍ਹਾ, ਕੈਨੇਡਾ ਤੋਂ ਬੈਟਰ ਕੰਟਰੀ ਤੁਹਾਨੂੰ ਦੁਨੀਆ 'ਚ ਨਹੀਂ ਮਿਲ ਸਕਦੀ। ਹਾਂਜੀ, ਤੁਹਾਡੀ ਫੋਕਸ ਤੇ ਵਿਜ਼ਨ ਤੁਹਾਡੀ ਹਮੇਸ਼ਾ ਰਹਿਣੀ ਚਾਹੀਦੀ ਹੈ, ਤੁਸੀਂ ਉਹ ਲੂਜ਼ ਨਾ ਕਰੋ, ਤੁਸੀਂ ਉਹ ਜਿਹੜੀ ਤੁਹਾਡੀ ਸਾਈਟ ਹੈਗੀ ਹੈ ਆਪਣੇ ਗੋਲ ਵੱਲ, ਉਹ ਤੁਸੀਂ ਲੂਜ਼ ਨਾ ਕਰੋ, ਉਹ ਛੱਡੋ ਨਾ। ਤੁਸੀਂ ਇੱਥੇ ਲਾਅ ਦੇ ਵਿੱਚ ਰਹਿ ਕੇ, ਤੁਸੀਂ ਆਪਣੀ ਮਿਹਨਤ ਕਰਕੇ ਤੁਸੀਂ ਜੋ ਵੀ ਹਾਸਲ ਕਰਨਾ ਚਾਹੋ ਹਾਸਲ ਕਰ ਸਕਦੇ ਹੋ, ਪਰ ਜਿਹੜੀ ਮਿਹਨਤ ਹੈ ਜੀ ਉਹਦਾ ਕੋਈ ਬਾਈਪਾਸ ਨਹੀਂ, ਸ਼ਾਰਟਕਟ ਕੋਈ ਸ਼ਾਰਟਕਟ ਨਹੀਂ ਹੈਗਾ। ਤੁਸੀਂ ਮਿਹਨਤ ਕਰੋਗੇ, ਤੁਸੀਂ ਪਹੁੰਚੋਗੇ ਜ਼ਰੂਰ। ਹੋ ਸਕਦਾ ਤੁਹਾਨੂੰ ਪਹੁੰਚਣ ਨੂੰ ਥੋੜ੍ਹਾ ਟਾਈਮ ਵੱਧ ਲੱਗ ਜੇ, ਪਰ ਤੁਸੀਂ ਪਹੁੰਚੋਗੇ ਜ਼ਰੂਰ, ਇਹਦੀ ਗਰੰਟੀ ਮੈਂ ਤੁਹਾਨੂੰ ਦੇ ਸਕਦਾ। ਕੀ ਬਾਤ ਹੈ ਜੀ। ਵਾਕਈ ਭਾਜੀ, ਮੈਂ ਵੀ ਕਈ ਵਾਰ ਜ਼ਿਕਰ ਕਰਦਾ ਹੁੰਦਾ ਵਾਂ ਕਿ ਅਗਰ ਤੁਸੀਂ ਸਫਲਤਾ ਹਾਸਲ ਕਰਨੀ ਹੈ, ਅਗਰ ਕੋਈ ਉਦੇਸ਼ ਰੱਖੇ ਆ, ਤੇ ਜੇਕਰ ਤੁਸੀਂ ਪ੍ਰੋਪਰ ਮਿਹਨਤ ਕਰੋ, ਇੱਕ ਇੰਟੈਗ੍ਰਿਟੀ ਹੋਣੀ ਚਾਹੀਦੀ ਤੁਹਾਡੇ ਲਾਈਫ ਸਟਾਈਲ ਦੇ ਵਿੱਚ, ਇੱਕ ਇਮਾਨਦਾਰੀ ਹੋਣੀ ਚਾਹੀਦੀ ਆ, ਔਰ ਪ੍ਰਮਾਤਮਾ 'ਤੇ ਵਿਸ਼ਵਾਸ ਹੋਣਾ ਚਾਹੀਦਾ, ਫਿਰ ਤੁਸੀਂ ਕੋਈ ਵੀ ਮੰਜ਼ਿਲ ਈਜ਼ੀਲੀ ਹਾਸਲ ਕਰ ਸਕਦੇ ਜੀ। ਬਿਲਕੁਲ ਜੀ, ਬਿਲਕੁਲ। ਹੁੰਦਲ ਭਾਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਈਨੇਜ ਦੇ ਨਾਲ ਵੱਖ-ਵੱਖ ਜਿਹੜੇ ਮੁੱਦੇ ਸੀਗੇ ਜਿਨ੍ਹਾਂ ਬਾਰੇ ਸਾਨੂੰ ਨੌਲੇਜ ਨਹੀਂ ਸੀ, ਉਹਨਾਂ ਬਾਰੇ ਗੱਲਬਾਤ ਕੀਤੀ। ਉਸ ਤੋਂ ਇਲਾਵਾ ਤੁਸੀਂ ਆਪਣੀ ਜ਼ਿੰਦਗੀ ਦੀ ਜਿਹੜੀ ਕਹਾਣੀ, ਆਪਣੀ ਜ਼ਬਾਨੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਮਨਜੀਤ ਜੀ, ਥੈਂਕ ਯੂ ਜੀ ਇਸ ਓਪਰਚੁਨਿਟੀ ਲਈ, ਤੁਸੀਂ ਇੱਥੇ ਬੁਲਾਇਆ ਸਾਨੂੰ। ਤੇ ਮੈਂ ਇੱਕ ਮੈਸੇਜ ਜ਼ਰੂਰ ਕਮਿਊਨਿਟੀ ਨੂੰ ਦੇਣਾ ਚਾਹੁੰਦਾ। ਬਿਲਕੁਲ ਜੀ। ਕਿ ਆਪਾਂ ਬਹੁਤ ਮੁਸ਼ਕਲ ਟਾਈਮ 'ਚੋਂ ਲੰਘ ਰਹੇ ਹਾਂ ਕੋਵਿਡ-19 ਦੇ ਵਿੱਚੋਂ, ਪਰ ਅਸੀਂ ਜਦੋਂ ਇਹ ਤੋਂ ਬਾਹਰ ਆਵਾਂਗੇ ਵਿਲ ਕਮ ਆਊਟ ਵੈਰੀ ਸਟਰੋਂਗ। ਸਿਰਫ ਇੱਕ ਦੂਜੇ ਦਾ ਸਾਥ ਦਿਓ, ਇੱਕ ਦੂਜੇ ਦੇ ਨਾਲ ਖੜੋ। ਆਪਾਂ ਸਪੈਸ਼ਲੀ ਬਿਜ਼ਨਸ ਕਮਿਊਨਿਟੀ ਦੇ ਵਿੱਚ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਖੜੀਏ, ਇੱਕ ਦੂਜੇ ਦੀ ਹੈਲਪ ਕਰੀਏ। ਤੇ ਜਿੱਥੇ ਮੈਂ ਹੈਲਪ ਕਰ ਸਕਦਾ, ਤੁਸੀਂ ਤੁਹਾਡੇ ਕੋਲ ਮੇਰਾ ਫੋਨ ਨੰਬਰ ਹੈਗਾ ਜੀ, ਮੈਨੂੰ ਜ਼ਰੂਰ ਕਾਲ ਕਰਕੇ ਦੱਸੋ ਮੈਂ ਕਿੱਥੇ ਹੈਲਪ ਕਰ ਸਕਦਾ। ਨੰਬਰ ਦੇ ਦਿਓ ਜੀ ਇੱਕ ਵਾਰੀ ਫਿਰ। ਜੀ ਹਾਂਜੀ, 780433
9393 ਸਿਰਫ ਸਾਇੰਸ ਲਈ ਨਹੀਂ ਜੀ, ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੈ ਪਲੀਜ਼ ਗਿਵ ਮੀ ਕਾਲ। ਬਿਲਕੁਲ ਜੀ, ਬਹੁਤ ਵਧੀਆ ਇੱਕ ਮੈਸੇਜ ਦਿੱਤਾ ਭਾਜੀ ਨੇ, ਔਰ ਵਾਕਈ ਅਸੀਂ ਸਾਰਿਆਂ ਨੇ ਇੱਕ ਦੂਜੇ ਦੀ ਸਹਾਇਤਾ ਕਰਨੀ ਆ, ਮੋਢੇ ਦੇ ਨਾਲ ਮੋਢਾ ਜੋੜ ਕੇ ਰੱਖਣਾ ਵਾ। ਔਰ ਜਿਵੇਂ ਪਹਿਲਾਂ ਵੀ ਕਈ ਸਾਡੇ ਤੇ ਮੁਸੀਬਤਾਂ ਆਈਆਂ, ਟਲ ਗਈਆਂ, ਇਹ ਜਿਹੜਾ ਕੋਵਿਡ ਦਾ ਮਾੜਾ ਸਮਾਂ ਵਾ ਇਸ ਨੂੰ ਵੀ ਅਸੀਂ ਰਲ ਮਿਲ ਕੇ ਪਾਰ ਕਰ ਲੈਣਾ ਜੀ। ਇਸ ਦੇ ਨਾਲ ਹੀ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਜੀ ਇਜਾਜ਼ਤ, ਤੇ ਤੁਸੀਂ ਜੁੜੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ। ਧੰਨਵਾਦ।